ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਵਾਹਨ ਤਜਤ ਨਹੀਂ ਨਿਤ। ਨਾਨਕ ਇਹ ਬਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਵਾਨ ਤਜਤ ਨਹੀਂ ਨਿਤ। ਨਾਨਕ ਇਹ ਬਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ੀਸ਼ ਦਾ ਸਦਕਾ ਸਤਿਗੁਰੂ ਰੋਜ਼ਾਨਾ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਦੀ ਸੇਵਾ ਲੈ ਰਹੇ ਹਨ। ਜੋ ਸ਼ਲੋਕ ਵਿਚਾਰ ਅਧੀਨ ਹੈ, ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ 45ਵਾਂ ਸ਼ਲੋਕ ਹੈ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਨਮੁਖ ਅਰਦਾਸ ਜੋਦੜੀ ਕਰੀਏ। ਮਾਲਿਕ ਆਪ ਕਿਰਪਾ ਕਰਕੇ ਅੰਦਰ ਨੂੰ ਟਿਕਾ ਭੈ ਭਾਵਨੀ ਸ਼ਰਧਾ ਬਖਸ਼ੋ। ਕਥਨ ਔਰ ਸਰੋਤ ਨੂੰ ਇਸ ਵਿਚਾਰ ਰਾਹੀਂ ਆਤਮ ਰਸ ਦੀ ਦਾਤ ਪ੍ਰਦਾਨ ਕਰੋ। ਕਰੋ ਕਿਰਪਾ ਸਾਧ ਸੰਗਤ, ਆਪ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੱਲ ਜਦੋਂ ਅਸੀਂ 44ਵੇਂ ਸ਼ਲੋਕ ਦੀ ਵਿਚਾਰ ਕਰ ਰਹੇ ਸਾਂ, ਉਸ ਸ਼ਲੋਕ ਅੰਦਰ ਭਗਤੀ ਤੋਂ ਹੀਣਾ ਅੰਦਰ ਇੱਕ ਪਰਮਾਤਮਾ ਦੀ ਇਬਾਦਤ ਤੋਂ ਸਖਣਾ ਮਨੁੱਖ, ਉਸ ਦੇ ਤਨ ਦੀ ਜੋ ਤੁਲਤਾ ਹੈ ਉਹ ਦੋ ਜੀਵਾਂ ਨਾਲ ਕੀਤੀ ਸੀ, ਇੱਕ ਸ਼ੂਕਰ ਔਰ ਦੂਸਰਾ ਸੁਵਾਨ। ਇੱਕ ਸੂਰ ਔਰ ਦੂਸਰਾ ਕੁੱਤਾ। ਤੇ ਹਜ਼ੂਰ ਦਾ ਇਹ ਬਚਨ ਅਸੀਂ ਕੱਲ ਵਿਚਾਰਿਆ ਸੀ, ਏਕ ਭਗਤ ਭਗਵਾਨ
ਜਿਹ ਪ੍ਰਾਨੀ ਕੈ ਨਾਹੇ ਮਨ। ਜਿਸ ਮਨੁੱਖ ਦੇ, ਜਿਸ ਪ੍ਰਾਣੀ ਦੇ ਮਨ ਵਿੱਚ ਇੱਕ ਪਰਮਾਤਮਾ ਦੀ ਇਬਾਦਤ, ਇੱਕ ਭਗਤੀ ਨਹੀਂ, ਜੈਸੇ ਸ਼ੂਕਰ ਸੁਹਾਨ, ਨਾਨਕ ਮਾਨੋ ਤਾਹੇ ਤਨ। ਜੈਸੇ ਦਾ ਅਰਥ ਜਿਸ ਤਰ੍ਹਾਂ, ਸ਼ੂਕਰ ਸੂਰ, ਸਵਾਨ ਕੁੱਤਾ। ਮਹਾਰਾਜ ਕਹਿੰਦੇ ਜੈਸੇ ਸ਼ੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉਸ ਤਨ ਨੂੰ, ਉਸ ਸਰੀਰ ਨੂੰ ਇਸ ਤਰ੍ਹਾਂ ਮੰਨੋ ਜਿਵੇਂ ਇੱਕ ਸ਼ੂਕਰ ਔਰ ਕੂਕਰ ਦਾ ਸਰੀਰ ਹੈ। ਅੱਜ ਜਦੋਂ ਅਗਲਾ ਸ਼ਲੋਕ ਆਇਆ, ਸਤਿਗੁਰੂ ਨੇ ਇਸ ਵਿੱਚ ਜਿਹੜੇ ਪਰਮਾਤਮਾ ਦੀ ਭਗਤੀ ਦੇ ਚਾਹਵਾਨ ਨੇ, ਜਿਨ੍ਹਾਂ ਦੇ ਅੰਦਰ ਦੀ ਲੋਚ ਹੈ ਵੀ ਅਸੀਂ ਵਾਹਿਗੁਰੂ ਦੀ ਇਬਾਦਤ ਵਿੱਚ ਜੁੜ ਸਕੀਏ, ਤੇ ਉਹਨਾਂ ਦੀ ਇੱਕ ਮਨ, ਇੱਕ ਚਿੱਤ, ਇਕਾਗਰਤਾ ਲਈ ਇਬਾਦਤ ਕਰਨ ਲਈ ਸਤਿਗੁਰੂ ਨੇ ਜਿਹੜਾ ਪ੍ਰਮਾਣ ਦਿੱਤਾ, ਉਹਦੇ ਵਿੱਚ ਵੀ ਜ਼ਿਕਰ ਹਜ਼ੂਰ ਨੇ ਸਵਾਨ ਦਾ ਕੀਤਾ ਹੈ। ਮਹਾਰਾਜ ਦਾ ਸ਼ਲੋਕ ਅਸੀਂ ਇਹਦੇ ਅਰਥ ਕਰ ਲਈਏ। ਪਹਿਲਾ ਅੱਖਰੀ ਹਜ਼ੂਰ ਨੇ ਫਰਮਾਇਆ, ਸੁਆਮੀ ਕੋ ਗ੍ਰਹਿ ਜਿਉ ਸਦਾ। ਸੁਆਮੀ ਦਾ ਲਫ਼ਜ਼ੀ ਅਰਥ ਹੈ ਮਾਲਕ, ਕੋ ਦਾ ਅਰਥ ਹੈ ਦਾ, ਗ੍ਰਹਿ ਦਾ ਅਰਥ ਹੈ ਘਰ, ਜਿਹਦਾ ਅਰਥ ਹੋ ਗਿਆ ਕਿ ਜਿਵੇਂ ਮਾਲਕ ਦਾ ਘਰ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤਨੀ ਨਿਤ, ਕਿ ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦੇ ਘਰ ਨੂੰ ਨਿਤ ਨਹੀਂ ਛੱਡਦਾ, ਰੋਜ਼ਾਨਾ ਆਪਣੇ ਮਾਲਕ ਦੇ ਬੂਹੇ ਤੇ, ਉਹਦੇ ਆਸਰੇ ਤੇ ਹੀ ਬੈਠਾ ਹੈ। ਫਿਰ ਇਹਦੇ ਅੱਖਰੀ ਅਰਥ, ਸੁਆਮੀ ਕੋ ਗ੍ਰਹਿ ਜਿਉ ਸਦਾ, ਜਿਵੇਂ ਮਾਲਕ ਦੇ ਘਰ ਦੇ ਵਿੱਚ ਸਦੀਵ ਕਾਲ ਬੈਠਾ ਹੋਇਆ ਕੁੱਤਾ। ਸਵਾਨ ਤਜਤ ਨੇ ਨਿਤ, ਉਹ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ। ਤਜ ਦਾ ਅਰਥ ਹੁੰਦਾ ਛੱਡਣਾ, ਤੇ ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਤਜਤ ਨਹੀਂ ਨਿਤ। ਸਵਾਨ ਤਜਤ ਨਹੀਂ ਨਿਤ, ਉਹਦੀ ਰੂਟੀਨ ਹੈ, ਉਹਨੇ ਆਪਣੇ ਮਾਲਕ ਦਾ ਘਰ ਛੱਡਣਾ ਨਹੀਂ, ਨਿਤ ਦਾ ਉਹਦਾ ਨੇਮ ਹੈ। ਅੱਗੇ ਸਾਹਿਬ ਕਹਿੰਦੇ ਨੇ ਨਾਨਕ ਇਹ ਬਿਦ। ਇਹ ਬਿਦ ਦਾ ਮਤਲਬ ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਦੇਖੋ ਪਹਿਲਾ ਪ੍ਰਮਾਣ ਹੈ ਵੀ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਰੋਜ਼ ਨਹੀਂ ਛੱਡਦਾ, ਨਹੀਂ ਤਿਆਗਦਾ, ਉਸ ਦੀ ਦਹਲੀਜ਼ ਤੇ ਉਹਦੇ ਵਿਹੜੇ ਵਿੱਚ ਬੈਠਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੋਂ ਸਿੱਖੇ ਕੁਝ। ਨਾਨਕ ਇਹ ਬਿਦ, ਇਸ ਤਰੀਕੇ ਨਾਲ, ਇਸ ਢੰਗ ਨਾਲ, ਇਸ ਜੁਗਤ ਨਾਲ ਕੀ ਕਰੋ, ਹਰ ਭਜੋ, ਹਰੀ ਦਾ ਸਿਮਰਨ ਕਰੋ, ਪਰਮਾਤਮਾ ਦੀ ਇਬਾਦਤ, ਉਹਨੂੰ ਜਪੋ, ਭਜੋ। ਤੇ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਪੂਰਨ ਤੌਰ ਤੇ ਇਕਾਗਰ ਹੋ ਕੇ ਇਸ ਤਰ੍ਹਾਂ ਮਾਲਕ ਦੀ ਇਬਾਦਤ ਕਰੋ ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦੇ ਦਰਵਾਜ਼ੇ ਤੇ ਬੈਠਾ ਰਹਿੰਦਾ ਹੈ। ਇਹ ਅੱਖਰੀ ਅਰਥ ਨੇ। ਇਸ ਵਿਚਾਰ ਤੋਂ ਪਹਿਲਾਂ ਅੱਜ ਕੁਝ ਬੇਨਤੀਆਂ ਆਪ ਸੰਗਤ ਦੇ ਸਨਮੁਖ ਮੈਂ ਕਰਨੀਆਂ ਨੇ, ਕਿਉਂਕਿ ਇਹ ਦੋਨੋਂ ਸ਼ਲੋਕ ਇਕੱਠੇ ਆ ਗਏ। ਇਸ ਵਿੱਚ ਇੱਕ ਭਗਤੀ ਤੋਂ ਖਿਣਾ ਹਿਰਦਾ, ਉਹਨੂੰ ਕੁੱਤੇ ਤੇ ਸੂਰ ਨਾਲ ਤਨ ਨੂੰ ਤੁਲਨਾ ਦਿੱਤੀ, ਤੇ ਅੱਜ ਭਗਤੀ ਕਰਨ ਦਾ ਤਰੀਕਾ ਜਿਹੜਾ ਦੱਸਦੇ ਪਏ ਨੇ ਗੁਰੂ ਤੇਗ ਬਹਾਦਰ, ਇੱਥੇ ਕੁੱਤੇ ਦੀ ਫਿਰ ਉਦਾਹਰਨ ਦੇ ਰਹੇ ਨੇ। ਤੇ ਜਿਸ ਬੰਦੇ ਨੂੰ ਬਾਣੀ ਦੀ ਸਮਝ ਨਹੀਂ, ਇਹ ਨਹੀਂ ਕਿ ਮੈਂ ਬਹੁਤ ਸਮਝ ਰੱਖ ਕੇ ਗੱਲ ਕਰ ਰਿਹਾ, ਕਿਉਂਕਿ ਜਿਸ ਬੰਦੇ ਨੂੰ ਸਮਝ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ, ਉਹ ਕਈ ਵਾਰੀ ਦੁਬਦਾ ਦਾ ਸ਼ਿਕਾਰ ਹੋ ਜਾਂਦਾ ਵੀ ਕੱਲ ਕੁੱਤੇ ਦੀ ਗੱਲ ਇਸ ਤਰ੍ਹਾਂ ਕੀਤੀ, ਅੱਜ ਕੁੱਤੇ ਦੀ ਗੱਲ ਇਸ ਤਰ੍ਹਾਂ ਕਰ ਦਿੱਤੀ, ਇਹ ਤਾਂ ਦੁਬਦਾ ਕ੍ਰੀਏਟ ਹੋ ਗਈ ਜੀ, ਇਹ ਤਾਂ ਸਮਝ ਕੋਈ ਨਾ ਪਈ ਜੀ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ, ਮੈਂ ਰੋਜ਼ ਇਹ ਸ਼ਬਦ ਕਹਿ ਰਿਹਾ, ਰੋਜ਼ਾਨਾ, ਤੇ ਮੈਂ ਕਹਿਣਾ ਵੀ ਹੈ ਕਿ ਸਿੱਖੋ, ਗੁਰੂ ਗ੍ਰੰਥ ਸਾਹਿਬ ਕੇਵਲ ਰੋਟੀ ਕਮਾਉਣ ਦਾ ਸਾਧਨ ਨਹੀਂ, ਇਹ ਇੰਡਸਟਰੀ ਨਹੀਂ ਕਿ ਕੋਈ ਛਪਾਈ ਕਰਕੇ ਪੈਸੇ ਕਮਾ ਰਿਹਾ, ਅਸੀਂ ਕਥਾ ਕਰਕੇ ਕਮਾ ਰਹੇ ਹਾਂ, ਕੋਈ ਬੋਲ ਕੇ, ਕੋਈ ਕੀਰਤਨ ਕਰਕੇ, ਕੋਈ ਧਾਰਮਿਕ ਅਦਾਰੇ ਬਣਾ ਕੇ।
ਗੁਰੂ ਗ੍ਰੰਥ ਸਾਹਿਬ ਮਾਨਵਤਾ ਦੇ ਉਧਾਰ ਵਾਸਤੇ ਉਹ ਰੂਹਾਨੀ ਭੋਜਨ ਹੈ ਜਿਹਨੂੰ ਰੋਜ਼ ਖਾਣਾ ਪੈਣਾ ਹੈ, ਤੇ ਜਿਹਦੇ ਖਾਣ ਤੋਂ ਬਿਨਾ ਗੁਰੂ ਅਰਜਨ ਦੇਵ ਕਹਿੰਦਾ ਕਿਸੇ ਦਾ ਪਾਰ ਉਤਾਰਾ ਹੋ ਹੀ ਨਹੀਂ ਸਕਦਾ। ਤੇ ਜੇ ਕੋਈ ਖਾਏਗਾ ਉਹਦਾ ਪਾਰ ਉਤਾਰਾ, ਉਹਦਾ ਉਧਾਰ ਹੋਏਗਾ। ਜਿਵੇਂ ਕੱਲ ਵੀ ਦਾਸ ਨੇ ਇਹ ਬੇਨਤੀ ਕੀਤੀ ਸੀ, ਇਹ ਭੋਜਨ ਅਲੱਭ ਹੈ, ਇਹ ਭੋਜਨ ਦੁਰਲੱਭ ਹੈ। ਸਾਧ ਸੰਗਤ ਕਿੱਡੀ ਬਖਸ਼ਿਸ਼ ਹੈ ਸਾਡੇ ਤੇ। ਅੱਜ ਮੰਨ ਲਓ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਖੜਾਮ ਮਿਲ ਜਾਏ ਤੇ ਆਪਾਂ ਦੌੜੇ ਜਾਵਾਂਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਖੜਾਮ ਹੈ। ਤੇ ਵਾਕਈ ਸਿੱਖ ਜਿਹੜਾ ਹੈ ਉਹ ਆਪਣੇ ਗੁਰੂ ਨਾਲ ਜੁੜੀ ਹੋਈ ਹਰ ਚੀਜ਼ ਦਾ ਸਨਮਾਨ ਕਰਦਾ। ਉਹ ਸ਼ਸਤਰ ਹੋਵੇ, ਉਹ ਬਸਤਰ ਹੋਵੇ, ਉਹ ਪੈਰਾਂ ਦਾ ਜੋੜਾ ਹੋਵੇ, ਕਿਉਂਕਿ ਉਹ ਗੁਰੂ ਦੀ ਚੀਜ਼ ਜਾਣ ਕੇ ਇਹ ਮਤ ਸਮਝਣਾ ਉਹ ਕੱਪੜੇ ਨੂੰ ਪੂਜ ਰਿਹਾ। ਇਹ ਤਾਂ ਸਾਡੀ ਮੁਸ਼ਕਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਹੈ, ਭਗਤ ਨਾਮਦੇਵ ਜੀ ਕਹਿੰਦੇ, ਧੰਨ ਧੰਨ ਬੰਦ ਖੰਡ ਬਿੰਦਰਾ ਬਣਾ ਜੇ ਖੇਲੇ ਸ਼੍ਰੀ ਨਾਰਾਇਣਾ। ਕਹਿੰਦੇ ਜਿੱਥੇ ਕ੍ਰਿਸ਼ਨ ਜੀ ਖੇਡੇ ਆ ਉਹ ਜੰਗਲ ਦਾ ਟੁਕੜਾ ਵੀ ਧੰਤਾ ਜੋਗ। ਅਰਥ ਇਹ ਕੀਤੇ ਵਿਦਵਾਨਾਂ ਨੇ, ਧੰਨ ਧੰਨ ਬੰਦ ਖੰਡ ਬਿੰਦਰਾ ਬਣਾ ਜੇ ਖੇਲੇ ਸ਼੍ਰੀ ਨਾਰਾਇਣਾ। ਜਿਹੜੀ ਥਾਂ ਤੇ ਗੁਰੂ ਪਰਮੇਸ਼ਵਰ ਦਾ ਪਿਆਰਾ ਆਪਣੇ ਮੁਬਾਰਕ ਚਰਨ ਪਾਉਂਦਾ ਹੈ, ਉਹ ਚੀਜ਼ ਉਹ ਥਾਂ ਧੰਤਾ ਜੋਗ ਹੈ। ਅਸੀਂ ਦੌੜਾਂਗੇ ਮਹਾਰਾਜ ਦੀ ਖੜਾਮ ਦੇ ਦਰਸ਼ਨ, ਮਹਾਰਾਜ ਦੇ ਸ਼ਸਤਰ ਦੇ ਦਰਸ਼ਨ ਦੇਖੋ ਕਰਾਏ ਜਾਂਦੇ। ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਪਟਨਾ ਸਾਹਿਬ ਤਖਤਾਂ ਤੇ ਇਹ ਹਜ਼ੂਰ ਦੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ। ਆਪਾਂ ਕਿੰਨੇ ਨੇਤਰ ਸੇਜਲ ਕਰਕੇ ਭਾਵਨਾ ਸਹਿਤ ਦੇਖਨੇ, ਬੜੀ ਚੰਗੀ ਗੱਲ ਹੈ। ਪਰ ਖਾਲਸਾ ਜੀ, ਆ ਜਿਹੜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਇਹ ਗੁਰੂ ਨਾਨਕ ਸਾਹਿਬ ਦਾ ਧੁਰ ਅੰਤਰ ਆਤਮਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਆਪਾ ਹੈ। ਤੇ ਇਹ 'ਚ ਕੋਈ ਸ਼ੱਕ ਨਹੀਂ, ਜਿਸ ਦਿਨ ਸਾਡਾ ਅੰਦਰ ਇਸ ਅੰਦਰ ਵੀ ਸਮਾ ਗਿਆ, ਇਸ ਸ਼ਬਦ ਅੰਦਰ ਜੋ ਵੀ ਗੁਣ ਪਏ ਨੇ ਉਸ ਸਰੀਰ ਵਿੱਚ ਪ੍ਰਵੇਸ਼ ਕਰ ਜਾਣਗੇ, ਜਿਹੜਾ ਅੰਦਰ ਗੁਰੂ ਦੇ ਸ਼ਬਦ ਵੀ ਸਮਾ ਜਾਏਗਾ। ਇੱਥੇ ਤਾਂ ਮੈਂ ਬੇਨਤੀ ਕਰਨ ਲੱਗਾ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਸੰਜਮ ਨਾਲ ਮੈਂ ਆਪਣੇ ਮਨ ਨੂੰ ਸਮਝਾ ਰਿਹਾ ਕਿ ਕੱਲ ਵੀ ਪ੍ਰਮਾਣ ਦਿੱਤਾ ਸੂਕਰ ਔਰ ਸਵਾਨ ਦਾ, ਉਹ ਭਗਤੀ ਤੋਂ ਖੀਣੇ ਹਿਰਦਿਆਂ ਦਾ ਸੀ। ਤੇ ਅੱਜ ਸਤਿਗੁਰੂ ਕਹਿੰਦੇ ਨੇ, ਨਾਨਕ ਇਹ ਵਿਦਹਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇਸ ਵਿੱਚ ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ। ਯਾਦ ਰੱਖੋ ਕਿ ਗੁਰਬਾਣੀ ਵਿੱਚ ਦ੍ਰਿਸ਼ਟਾਂਤ ਦਾ ਹਮੇਸ਼ਾ ਇੱਕ ਹੀ ਪੱਖ ਲੈਣਾ ਚਾਹੀਦਾ ਹੈ। ਉਹਦੇ ਬਹੁ ਪੱਖ ਨਹੀਂ ਆਪਾਂ ਨੂੰ ਵਾਚਣੇ ਚਾਹੀਦੇ। ਇੱਕ ਪੱਖ ਦਾ ਮਤਲਬ ਕਿ ਜਿਸ ਸ਼ਬਦ ਵਿੱਚ ਉਸ ਉਦਾਹਰਨ ਨੂੰ, ਉਸ ਦ੍ਰਿਸ਼ਟਾਂਤ ਨੂੰ ਦਿੱਤਾ ਗਿਆ ਹੈ, ਉਸ ਦ੍ਰਿਸ਼ਟਾਂਤ ਨੂੰ ਉਸੇ ਸ਼ਬਦ ਵਿੱਚ ਰੱਖ ਕੇ ਅਰਥ ਕਰੋ, ਨਾ ਕਿ ਉਸ ਦ੍ਰਿਸ਼ਟਾਂਤ ਨੂੰ ਦੂਜੇ ਸ਼ਬਦ ਨਾਲ ਮਿਲਾ ਕੇ ਅਰਥ ਕਰੀਏ। ਜਿਵੇਂ ਮੈਂ ਇੱਥੇ ਬੇਨਤੀ ਕਰਾਂ, ਹੁਣ ਕੱਲ ਆਇਆ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਹੁਣ ਉਹ ਕੱਲ ਵਾਲੇ ਅਰਥ ਇਹਦੇ ਨਾਲ ਟਿਕਾ ਕੇ ਆਪਾਂ ਨਹੀਂ ਕਰ ਸਕਾਂਗੇ। ਆਪਾਂ ਇਹ ਕਹਾਂਗੇ ਮਹਾਰਾਜ ਕੱਲ ਤੇ ਤੁਸੀਂ ਆ ਕੇ ਅੱਜ ਇਹ ਕਹਿ ਦਿੱਤਾ ਕਿ ਸੁਆਮੀ ਕੋ ਗ੍ਰਿਹ ਜਿਉ ਸਦਾ ਸਵਾਨ ਤਜਤਨੀ ਨਿਤ। ਉੱਥੇ ਕੁੱਤੇ ਦੀ ਉਸ ਬਿਰਤੀ ਦਾ ਜ਼ਿਕਰ ਕੀਤਾ ਹੈ ਜਿਹੜੀ ਤਮੇ ਵਾਲੀ ਹੈ, ਜਿਹੜੀ ਔਗਣਾਂ ਨਾਲ ਭਰਪੂਰ ਹੈ। ਇੱਥੇ ਕੁੱਤੇ ਦੀ ਉਸ ਬਿਰਤੀ ਦਾ, ਉਸ ਵਫਾਦਾਰੀ ਦਾ, ਉਸ ਗੁਣ ਦਾ ਜ਼ਿਕਰ ਕੀਤਾ ਹੈ ਜਿਹੜਾ ਆਪਣੇ ਮਾਲਕ ਦੇ ਦਰ ਦੇ ਉੱਤੇ ਬੈਠਾ ਕਦੀ ਮਾਲਕ ਦਾ ਘਰ ਨਹੀਂ ਛੱਡਦਾ। ਇਸੇ ਕਰਕੇ ਮੈਂ ਬੇਨਤੀ ਕਰਾਂ, ਜਿੰਨੇ ਦ੍ਰਿਸ਼ਟਾਂਤ ਬਾਣੀ ਚਾਹੇ ਨੇ, ਇੱਕ ਪਾਸੇ ਮੈਂ ਪਿਛਲੇ ਦਿਨੀ ਕਿਹਾ ਮੱਛੀ, ਉਹਦੇ ਜੀਭ ਦੇ ਸਵਾਦ ਦੀ ਜਦੋਂ ਗੱਲ ਚੱਲੇਗੀ ਤੇ ਹਜ਼ੂਰ ਕਹਿਣਗੇ ਕਿ ਮੱਛੀ 'ਚ ਬੜਾ ਵੱਡਾ ਔਗਣ ਹੈ ਕਿ ਇਹ ਜੀਭ ਦੇ ਸਵਾਦ ਦੀ ਖਾਤਰ ਇਹ ਕਿਸੇ ਦਾ ਸਵਾਦ ਬਣ ਜਾਂਦੀ ਹੈ। ਇਹਨੂੰ ਜੀਭ ਦੇ ਸਵਾਦ ਦਾ ਇੱਕ ਦੋਖ ਹੈ। ਤੇ ਅਸੀਂ ਉਸ ਦਿਨ ਵਾਚਿਆ ਸੀ ਕਿ ਜਿਹੜੇ 5 ਦੋਖ ਬੰਦੇ ਦੇ ਸਰੀਰ ਵਿੱਚ ਨੇ, ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ, ਉਹਦੇ ਵਿੱਚੋਂ ਜਿਹੜਾ ਰਸ ਵਾਲਾ ਦੋਖ ਹੈ ਉਹ ਮੱਛੀ ਤੇ ਪੂਰਾ ਢੁਕਦਾ ਹੈ। ਜਦੋਂ ਮੱਛੀ ਦੇ ਰਸ ਵਾਲੇ ਦੋਖ ਦੀ ਗੱਲ ਕੀਤੀ ਜਾਏਗੀ, ਜੀਵ ਦੇ ਚਸਕੇ ਦੀ ਗੱਲ ਕੀਤੀ ਜਾਏਗੀ, ਉਦੋਂ ਸਤਿਗੁਰੂ ਕਹਿਣਗੇ ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇਹ ਅਸੀਂ ਵਾਚ ਚੁੱਕੇ ਹਾਂ ਕਿ ਮੱਛੀ, ਪਤੰਗਾ, ਭਵਰਾ, ਹਾਥੀ, ਹਿਰਨ, ਇਹ ਸਾਰੇ ਜਿਹੜੇ ਨੇ ਭਵਰਾ, ਇਹ ਇੱਕ ਇੱਕ ਦੋਖ ਦੇ ਨਾਲ ਮਾਰੇ ਗਏ। ਤੇ ਦੂਜੇ ਪਾਸੇ ਇਸੇ ਪ੍ਰਮਾਣ ਨੂੰ, ਇਸੇ ਖਿੱਚ ਨੂੰ
ਗੁਰੂ ਜਦੋਂ ਭਗਤੀ ਵੱਲ ਜੋੜ ਕੇ ਅਰਥ ਕਰਦਾ ਹੈ, ਚੀਜ਼ਾਂ ਇਹੀ ਨੇ। ਜਿਵੇਂ ਮਹਾਰਾਜ ਕਹਿੰਦੇ ਜਿਉ ਮਛਲੀ ਬਿਨ ਪਾਣੀਏ ਕਿਉ ਜੀਵਨ ਪਾਵੈ। ਹੁਣ ਅਸੀਂ ਇਹ ਕਹਾਂਗੇ ਮਹਾਰਾਜ ਉੱਥੇ ਤੇ ਮੱਛੀ ਬਾਰੇ ਤੁਸੀਂ ਕਹਿ ਕੇ ਆਏ ਹੋ, ਇਹ ਦੋ ਕੇ ਨੂੰ ਜੀਵ ਦਾ ਚਸਕਾ। ਬੂੰਦ ਵਿਖੋਣਾ ਚਾਤਰ ਕੋ ਕਿਉਂ ਕਰ ਤਰਪਤਾਵੈ। ਨਾਦ ਕੁਰੰਕੈ ਬੇਦਿਆ ਸਨਮੁਖ ਉਠ ਧਾਵੈ। ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ। ਹੁਣ ਉੱਥੇ ਉਹ ਜਿਹੜੇ ਪ੍ਰਮਾਣ ਵਾਸ਼ਨਾ ਵਾਲੇ ਪਾਸੇ ਲੈ, ਜਿਹੜੇ ਪੰਜ ਦੋਖ ਦੀ ਵਿਆਖਿਆ ਵਾਲੇ ਪਾਸੇ ਲੈ, ਉਸੇ ਹੀ ਜੀਵਾਂ ਦੇ ਪ੍ਰਮਾਣ ਨੂੰ ਸਤਿਗੁਰਾਂ ਨੇ ਫਿਰ ਕਿਰਪਾ ਕਰਕੇ ਅਧਿਆਤਮਕਤਾ ਦਾ ਜਿਹੜੀ ਖਿੱਚ ਹੈ, ਨਾਮ ਰਸ ਹੈ, ਜਿਹੜੀ ਅੰਦਰ ਦੀ ਤੜਫ ਹੈ, ਸਤਿਗੁਰੂ ਨੇ ਉਹਨੂੰ ਉਸੇ ਪਾਸੇ ਜੋੜ ਦਿੱਤਾ। ਹੁਣ ਇੱਕ ਹੋਰ ਬੇਨਤੀ ਸੁਣੋ। ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹਨਾ, ਇਹ ਮੈਂ ਤਾਂ ਥੋੜ੍ਹਾ ਜਿਹਾ ਇਹ 'ਤੇ ਟਾਈਮ ਲਾਉਣਾ ਚਾਹੁੰਦਾ ਸਾਂ ਕਿ ਕਿਤੇ ਕੱਲ੍ਹ ਦੀ ਕਥਾ ਤੇ ਅੱਜ ਦੀ ਕਥਾ ਮਿਲਾ ਕੇ ਦੁਬਿਧਾ ਦਾ ਸ਼ਿਕਾਰ ਨਾ ਮਨਵਾ ਹੋ ਜਾਏ ਵੀ ਕੱਲ੍ਹ ਇਹ ਕਿਹਾ ਤੇ ਅੱਜ ਇਹ ਕਹਿ ਦਿੱਤਾ। ਭਗਤ ਨਾਮਦੇਵ ਜੀ ਦਾ ਬਚਨ ਹੈ, ਕਹਿੰਦੇ ਨੇ ਜਿਸ ਬੰਦੇ ਤੇ ਪਰਮਾਤਮਾ ਕਿਰਪਾ ਕਰਕੇ ਦੋ ਚੀਜ਼ਾਂ ਤੋਂ ਜ਼ਿੰਦਗੀ 'ਚ ਬਚਾ ਦਿੰਦਾ ਹੈ ਨਾ, ਤੇ ਸੱਚ ਇਹ ਵੇ ਕਿ ਰੱਬ ਉਹਦੇ ਬਿਲਕੁਲ ਅੰਦਰ ਉਹਦੀ ਬੁੱਕਲ 'ਚ ਹੈ। ਉਹ ਦੋ ਦੋਸ਼ ਨੇ, ਇੱਕ ਪਰਾਇਆ ਤਨ ਤੇ ਇੱਕ ਪਰਾਇਆ ਧਨ। ਉਹਨਾਂ ਦਾ ਇਹ ਬਚਨ ਹੈ, ਪਰ ਧਨ ਪਰ ਦਾਰਾ ਪਰ ਹਰੀ। ਫਿਰ ਬੇਨਤੀ, ਪਰਾਇਆ ਧਨ ਪਰਾਈ ਇਸਤਰੀ ਪਰ ਹਰੀ। ਜਿਹਨੇ ਤਿਆਗ ਦਿੱਤਾ ਇਸ ਦੋਸ਼ ਨੂੰ, ਪਰ ਧਨ ਪਰ ਦਾਰਾ ਪਰ ਹਰੀ, ਤੇ ਮਹਾਰਾਜ ਕਹਿੰਦੇ ਤਾਂ ਕਹਿ ਨਿਕਟ ਬਸੈ ਨਰ ਹਰੀ। ਮਨੁੱਖਾਂ ਦਾ ਰਾਜਾ ਪਰਮਾਤਮਾ ਉਸ ਦੇ ਨੇੜੇ ਵਸਦਾ ਹੈ। ਇਹਦਾ ਮਤਲਬ ਇਹ ਦੋਨੋਂ ਦੋਸ਼ ਨੇ ਤੇ ਹੈ ਵੀ। ਪਰ ਦੂਜੇ ਪਾਸੇ ਉਹੀ ਭਗਤ ਨਾਮਦੇਵ ਜਿਹੜੀ ਪਰਦਾਰਾ ਦੀ ਉਦਾਹਰਨ ਹੈ, ਉਹਨੂੰ ਨਾਮ ਨਾਲ ਵੀ ਜੋੜਦੇ। ਉਹਨਾਂ ਦਾ ਇੱਕ ਬਚਨ ਹੁੰਦਾ, ਜੈਸੇ ਵਿਖੇ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ। ਮੇਰਾ ਖਿਆਲ ਅੱਜ ਦਾ ਕਿਤੇ ਤਾਰਕਿਕ ਬੰਦਾ ਹੁੰਦਾ, ਉਹਨੇ ਕਹਿਣਾ ਨਾ ਨਾ ਇਹ ਨਾ ਦਰਜ ਕਰੋ, ਕਿਵੇਂ ਹੋ ਸਕਦਾ ਜੀ, ਕਿੰਨੀ ਭੈੜੀ ਉਦਾਹਰਨ ਦਿੱਤੀ ਜੀ, ਕਿੰਨੀ ਗੰਦੀ ਉਦਾਹਰਨ ਦਿੱਤੀ। ਮੈਂ ਸ਼ਬਦ ਸੱਚ ਕਹਿ ਰਿਹਾ। ਇੱਥੇ ਮਹਾਰਾਜ ਜੀ ਨੇ, ਭਗਤ ਜੀ ਕਹਿੰਦੇ ਨੇ, ਜਿਵੇਂ ਜੈਸੇ ਵਿਖੇ ਹੇਤ ਪਰ ਨਾਰੀ, ਜਿਵੇਂ ਵਿਸ਼ਈ ਬੰਦਾ ਪਰ ਨਾਰੀ ਵਿੱਚ ਖਚਦ ਹੈ, ਐਸੀ ਨਾਮੇ ਪ੍ਰੀਤ ਮੁਰਾਰੀ। ਹੁਣ ਉਹ ਉਦਾਹਰਨ ਪਰ ਦਾਰਾ ਪਰ ਹਰੀ, ਉਹਦਾ ਅਰਥ ਹੋਰ ਤਰੀਕੇ ਨਾਲ ਕਰਾਂਗੇ ਤੇ ਇਹਦੇ ਜਿਹੜਾ ਅਰਥ ਹੈ ਹੋਰ ਤਰੀਕੇ ਨਾਲ ਕੀਤਾ ਜਾਏਗਾ। ਮੇਰੇ ਕਹਿਣ ਤੋਂ ਮੁਰਾਦ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਦ੍ਰਿਸ਼ਟਾਂਤ ਨੂੰ, ਉਸ ਦ੍ਰਿਸ਼ਟਾਂਤ ਦੀ ਉਦਾਹਰਨ ਨੂੰ ਸਿਰਫ ਉਹਦਾ ਇੱਕ ਪੱਖ ਲੈਣਾ ਹੈ, ਜਿਸ ਸ਼ਬਦ ਵਿੱਚ ਉਹਨੂੰ ਦਰਜ ਕੀਤਾ ਹੈ, ਉਹਦਾ ਕਨਸੈਪਟ, ਉਹਦਾ ਵਿਸ਼ਾ ਕੀ ਹੈ। ਇਸ ਤਰ੍ਹਾਂ ਜੇ ਅਰਥ ਕਰਾਂਗੇ ਤੇ ਬੜੀ ਛੇਤੀ ਸਾਡੇ ਅੰਦਰ ਨੂੰ ਸਮਝ ਪੈ ਜਾਏਗੀ। ਹੁਣ ਅੱਜ ਸਤਿਗੁਰਾਂ ਨੇ ਜਿਹੜਾ ਦ੍ਰਿਸ਼ਟਾਂਤ ਦਿੱਤਾ ਹੈ, ਇਹ ਦਿੱਤਾ ਕੁੱਤੇ ਦਾ। ਮੈਂ ਅਰਜ਼ ਕੀਤੀ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਮ ਤਜਤ ਨੀ ਨਿਤ, ਨਾਨਕ ਇਹ ਬਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਸਵਾਨ ਦੇ ਦੋ ਪੱਖ ਗੁਰੂ ਗ੍ਰੰਥ ਸਾਹਿਬ 'ਚ ਰੱਖੇ। ਇੱਕ ਇਹਦਾ ਵਫਾਦਾਰੀ ਬਿਰਤੀ ਗੁਣ ਨੂੰ ਪੇਸ਼ ਕੀਤਾ ਤੇ ਦੂਸਰਾ ਇਹਦੇ ਔਗਣ ਨੂੰ ਵੀ ਪੇਸ਼ ਕੀਤਾ ਹੈ। ਮੈਂ ਥੋੜ੍ਹੇ ਜਿਹੇ ਦੋ ਕੁ ਬੇਨਤੀਆਂ ਔਗਣਾਂ ਬਾਰੇ ਜੋ ਨੇ, ਜਿਵੇਂ ਸਤਿਗੁਰੂ ਦਾ ਇੱਕ ਬਚਨ ਆਉਂਦਾ ਹੈ, ਅਸੀਂ ਪੜ੍ਹਿਆ ਉਸ ਦਿਨ, ਸੁਖ ਕਹਿ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਸਾਧਨਾ ਬਾਹਰ ਦੇ ਸੁੱਖ ਲਈ ਜਣੇ ਖਣੇ ਦੀ ਮੁਥਾਜੀ ਕਰ ਰਿਹਾ। ਸੇਵ ਦਾ ਅਰਥ ਹੈ ਖੁਸ਼ਾਮਦ ਕਰ ਰਿਹਾ। ਸੁਖ ਹੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰ ਹੈ ਦੁਆਰ ਸਵਾਨ ਜਿਉ ਡੋਲਤ। ਹੁਣ ਬੇਨਤੀ ਸੁਣੋ ਇੱਥੇ ਧਿਆਨ ਨਾਲ। ਇੱਥੇ ਦੁਆਰ ਹੈ ਦੁਆਰ ਸਵਾਨ ਜੋ ਡੋਲਤ, ਉਹ ਉਹਦਾ ਨੈਗੇਟਿਵ ਪੱਖ ਹੈ, ਉਹ ਤਮਾ ਦਾ ਪੱਖ ਹੈ, ਉਹ ਉਹਦੇ ਲਾਲਚ ਦੀ ਬਿਰਤੀ ਹੈ। ਉਸ ਤੁਕ ਨੂੰ ਇਸ ਤੁਕ ਨਾਲ ਜੋੜ ਕੇ ਨਹੀਂ ਅਰਥ ਕਰ ਸਕਾਂਗੇ ਆਪਾਂ ਕਿ ਮਹਾਰਾਜ ਤਾਂ ਕਹਿ ਕੇ ਗਏ ਜੀ ਕਿ ਸੁਆਮੀ ਕੋ ਗ੍ਰਿਉ ਜਿਉ ਸਦਾ ਸਵਾਨ ਤਜਤ ਨੀ ਨਿਤ। ਮਹਾਰਾਜ ਉੱਥੇ ਉਸ ਦਾ ਔਗਣ ਵਾਲਾ ਪੱਖ ਪੇਸ਼ ਕਰ ਰਹੇ ਕਿ ਜਿਵੇਂ ਇੱਕ ਭਟਕਦਾ ਹੋਇਆ ਕੁੱਤਾ ਦਰ ਦਰ ਤੇ ਸੁੱਖ ਦੀ ਖਾਤਰ, ਟੁਕੜੇ ਦੀ ਖਾਤਰ ਭਟਕ ਰਿਹਾ ਹੈ, ਤੇ ਮਹਾਰਾਜ ਕਹਿੰਦੇ ਸੁਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰੇ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਜਿਵੇਂ ਇੱਕ ਭਟਕਦਾ ਹੋਇਆ ਕੁੱਤਾ ਦਰ ਦਰ ਦੇ ਉੱਤੇ ਭਟਕ ਰਿਹਾ ਹੈ, ਨਾਮ ਤੋਂ ਵਿਖੂਣਾ ਬੰਦਾ ਜਿਸ ਦੇ ਅੰਦਰ ਸ਼ਬਦ ਨਹੀਂ, ਬਾਣੀ ਨਹੀਂ, ਉਹ ਇੰਦਰੀਆਂ ਦੇ ਸੁੱਖ ਦੀ ਤਰ੍ਹਾਂ ਇਸ ਤਰ੍ਹਾਂ ਦਰ ਦਰ ਤੇ ਭਟਕਦਾ ਪਿਆ ਜਿਵੇਂ ਇੱਕ ਕੁੱਤਾ ਭਟਕ ਰਿਹਾ ਹੈ। ਇੱਥੇ ਔਗਣਾ ਵਾਲਾ ਪੱਖ ਹੈ। ਦੋ ਤਿੰਨ ਸਿਰ ਬੇਨਤੀਆਂ ਕਰਾਂਗਾ। ਇੱਕ ਬਚਨ ਮਹਾਰਾਜ ਜੀ ਦਾ ਹੋਰ ਹੁੰਦਾ ਹੈ, ਉਹ ਹੈ ਦਿਨ ਦਿਨ ਕਰਤ
ਭੋਜਨ ਬੋ ਬਿੰਜਨ ਤਾਂ ਕਿ ਮਿਟੈ ਨਾ ਭੂਖਾ। ਉੱਥੇ ਵੀ ਉਦਾਹਰਨ ਸਵਾਨ ਦੀ ਦਿੱਤੀ, ਕੁੱਤੇ ਦੀ ਦਿੱਤੀ। ਦਿਨ ਦਿਨ ਕਰਤ ਭੋਜਨ ਬੋ ਬਿੰਜਨ ਤਾਂ ਕਿ ਮਿਟੈ ਨਾ ਭੂਖਾ। ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ। ਹੁਣ ਇੱਥੇ ਵੀ ਸਵਾਨ ਕੀ ਨਿਆਈ, ਕੁੱਤਾ ਸ਼ਬਦ ਵਰਤਿਆ, ਪਰ ਮਹਾਰਾਜ ਨੇ ਉਦਾਹਰਨ ਕੀ ਦਿੱਤੀ? ਇੱਥੇ ਵਫਾਦਾਰੀ ਨਹੀਂ, ਇੱਥੇ ਜੀਵ ਦਾ ਚਸਕਾ ਦਿੱਤਾ ਹੈ। ਕਹਿੰਦੇ ਨੇ ਜਿਵੇਂ ਇੱਕ ਕੁੱਤਾ, ਰੋਟੀ ਮਿਲੀ, ਮੈਂ ਕੱਲ ਵੀ ਅਰਜ਼ ਕੀਤੀ, ਰੋਟੀ ਮੂੰਹ 'ਚ ਪਾ ਲਈ, ਖੱਡੀ ਮੂੰਹ 'ਚ ਪਾ ਲਈ, ਮਿੱਠਾ ਮੂੰਹ 'ਚ ਪਾ ਲਿਆ, ਇੱਥੋਂ ਤੱਕ ਕਿ ਉਹ ਗੰਦਗੀ ਵਿੱਚ ਵੀ ਮੂੰਹ ਮਾਰਨ ਤੋਂ ਗੁਰੇਜ਼ ਨਹੀਂ ਕਰਦਾ। ਤੇ ਮਹਾਰਾਜ ਕਹਿੰਦੇ ਨੇ ਕਈ ਪੇਟੂ ਬੰਦੇ, ਜੀਵ ਦੇ ਚਸਕੋਲੇ ਬੰਦੇ, ਜੀਵ ਦੇ ਰਸੀਏ ਬੰਦੇ ਇਸ ਕੁੱਤੇ ਦੀ ਤਰ੍ਹਾਂ ਤੇ ਸਾਰਾ ਦਿਨ ਇਸ ਕੁੱਤੇ ਦੀ ਤਰ੍ਹਾਂ ਚਰੀ ਜਾਂਦੇ ਆ। ਵਾਹਿਗੁਰੂ ਮੈਨੂੰ ਬਖਸ਼ ਦਿਓ ਜੀਵ ਦਾ ਚਸਕੋਲਾਪਣ, ਭੱਖ ਅਪੱਖ ਜੋ ਕੁਝ ਮਿਲਦਾ ਹੈ ਉਹਨੂੰ ਖਾਈ ਜਾਂਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਬੰਦਿਆਂ ਦੀ ਬਿਰਤੀ ਉਸ ਕੁੱਤੇ ਦੀ ਤਰ੍ਹਾਂ ਜਿਹੜਾ ਸਾਰਾ ਦਿਨ ਮੂੰਹ ਮਾਰੀ ਜਾਂਦਾ ਹੈ। ਮੈਂ ਅਰਜ਼ ਕੀਤੀ ਉੱਥੇ ਪ੍ਰਮਾਣ ਔਗਣਾ ਵਾਸਤੇ। ਤੀਸਰਾ ਇੱਕ ਬਚਨ ਮਹਾਰਾਜ ਜੀ ਦਾ, ਉਹ ਹੈ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ। ਜਿਉਂ ਕੂਕਰ ਹਰਕਾਇਆ, ਜਿਵੇਂ ਖਲਕਿਆ ਹੋਇਆ ਕੁੱਤਾ, ਉੱਥੇ ਵੀ ਔਗਣ ਹੈ। ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ। ਲੋਭੀ ਜੰਤ ਨਾ ਜਾਣੀ ਭੱਖ ਅਪੱਖ ਸਭ ਖਾਏ। ਕਿ ਲਾਲਚੀ ਬੰਦਾ ਨਹੀਂ ਸਮਝਦਾ, ਉਸ ਕੂਕਰ ਦੀ ਤਰ੍ਹਾਂ ਹੈ। ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਮੈਂ ਅੱਜ ਉਹਨਾਂ ਦੇ ਬਚਨਾਂ ਤੋਂ ਸ਼ੁਰੂ ਕਰਾਂਗਾ। ਮਹਾਰਾਜ ਕਹਿੰਦੇ ਆ, ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ। ਕਹਿੰਦੇ ਨੇ ਇੱਕ ਕੁੱਤਾ ਦੋ ਕੁੱਤੀਆਂ ਸਵਖਤੇ ਅਜੇ ਉੱਠਣਾ ਵਾ ਤੇ ਭੌਂਕਣਾ ਸ਼ੁਰੂ ਕਰ ਦਿੰਦੇ ਨੇ। ਉਹ ਵਫਾਦਾਰੀ ਨਹੀਂ, ਉੱਥੇ ਕੁੱਤੇ ਦੀ ਉਸ ਲਾਲਚੀ ਬਿਰਤੀ, ਆਸਾ ਤੇ ਤ੍ਰਿਸ਼ਨਾ, ਜਿਹੜੇ ਮਨ ਲਾਲਚ ਨਾਲ ਸੰਬੰਧਿਤ ਬਿਰਤੀਆਂ ਨੇ, ਮਹਾਰਾਜ ਉਹਦਾ ਜ਼ਿਕਰ ਕਰ ਰਿਹਾ। ਮੈਂ ਥੋੜੀ ਜੀ ਇਸ ਕਰਕੇ ਅੱਜ ਇਸ ਗੱਲ ਤੇ ਬੇਨਤੀ ਕੀਤੀ ਹੈ। ਭਾਈ ਸਿੱਖੋ, ਪਾਠ ਕਰਨ ਵਾਲਿਆਂ ਨੂੰ ਪਤਾ ਹੈ, ਇਹ ਉਹਨਾਂ ਲਈ ਨਹੀਂ ਬੋਲ ਰਿਹਾ ਜਿਹੜੇ ਵਿਦਵਾਨ ਗੁਰਮੁਖ ਸੁਣ ਰਹੇ ਆ, ਸੂਝਵਾਨ ਸੁਣ ਰਹੇ ਆ, ਸਿਰਫ ਉਹਨਾਂ ਲਈ ਕਿ ਜਿਹੜੇ ਪਾਠ ਨਹੀਂ ਕਰਦੇ। ਤੇ ਉਹਨਾਂ ਲਈ ਪ੍ਰੋਬਲਮ ਇਹ ਵੇ ਕਿ ਪਹਿਲੀ ਗੱਲ ਉਹ ਸਮਝ ਨਹੀਂ ਪੈਂਦੀ ਉਸ ਸ਼ਬਦ ਦੀ, ਫਿਰ ਉਹ ਆਪਣੇ ਮਨ 'ਚ ਆਪਣੇ ਗਿਆਨ ਨਾਲ ਹੀ ਤਰਕ ਕਰ ਕਰਕੇ ਦੁਬਦਾ ਵਿੱਚ ਖਿੰਡਤ ਹੋ ਜਾਂਦੇ ਆ। ਇਸ ਕਰਕੇ ਮੈਂ ਤਾਂ ਬੇਨਤੀ ਕੀਤੀ ਕਿਉਂਕਿ ਕੱਲ ਕੁੱਤੇ ਦੀ ਤੇ ਸੂਰ ਦੀ ਔਗਣਾ ਵਾਲੀ ਬਿਰਤੀ ਦਾ ਜ਼ਿਕਰ ਕੀਤਾ, ਭਾਵੇਂ ਮੈਂ ਗੁਣਾਂ ਦਾ ਜ਼ਿਕਰ ਵੀ ਕੀਤਾ ਉਹਨਾਂ ਦਾ, ਪਰ ਅੱਜ ਸਤਿਗੁਰੂ ਨੇ ਜਿਹੜਾ ਬਚਨ ਕਿਹਾ, ਇਹ ਸਿਰਫ ਕੁੱਤੇ ਦੀ ਵਫਾਦਾਰੀ ਵਾਲਾ ਗੁਣ ਲੈਣਾ ਹੈ। ਇਹਦੇ ਅਰਥ ਕੱਲ ਵਾਲੇ ਸ਼ਲੋਕ ਨਾਲ ਮਿਲਾ ਕੇ ਨਹੀਂ ਕਰਨੇ। ਮਹਾਰਾਜ ਕਹਿੰਦੇ ਸਵਾਮੀ ਕੋ ਗ੍ਰਿਹ ਜਿਉਂ ਸਦਾ ਸਵਾਨ ਤਜਤ ਨਿਤ। ਕੁੱਤੇ ਦੀ ਵਫਾਦਾਰੀ ਬਹੁਤ ਮੰਨੀ ਗਈ ਹੈ। ਆਪ ਸਭ ਨੂੰ ਪਤਾ ਹੈ ਕਿ ਕੁੱਤਾ ਜਿਹੜਾ ਹੈ, ਜਿਹੜਾ ਮਾਲਕ ਦੇ ਦਰ ਤੇ ਬੈਠਾ ਹੈ, ਇੰਨੀ ਵਫਾਦਾਰੀ ਨਿਭਾਉਂਦਾ ਹੈ ਮਾਲਕ ਦੇ ਬੱਚਿਆਂ ਲਈ, ਮਾਲਕ ਲਈ। ਅਨੇਕਾਂ ਉਦਾਹਰਨਾਂ ਨੇ ਅੱਜ ਵੀ ਕਿ ਕੁੱਤਾ ਆਪਣਾ ਆਪ ਖਤਮ ਕਰਵਾ ਲੈਂਦਾ ਹੈ ਸਿਰਫ ਤੇ ਸਿਰਫ ਇਸ ਕਰਕੇ ਕਿ ਮੈਂ ਜਿਸ ਦੇ ਦਰ ਤੇ ਬੈਠਾ ਹਾਂ, ਮੈਂ ਆਪਣੇ ਮਾਲਕ ਦੀ ਵਫਾਦਾਰੀ ਨਿਭਾ ਸਕਾਂ। ਤੇ ਇਹਦੀ ਸੇਵਾ ਵੀ ਤਤਪਰ ਰਹਿੰਦਾ ਹੈ। ਉਂਝ ਹਾਲਾਂਕਿ ਕੁੱਤੇ ਸ਼ਬਦ ਦੇ ਪੰਜਾਬੀ ਵਿੱਚ ਤਾਂ ਬਹੁਤ ਕੁਝ ਵਰਤਿਆ ਜਾਂਦਾ ਹੈ। ਉਂਝ ਕੁੱਤੇ ਦੀ ਪੂਜਾ ਵੀ ਕੀਤੀ ਜਾਂਦੀ। ਯਾਦ ਰੱਖਿਓ, ਕਾਲੇ ਕੁੱਤੇ ਨੂੰ ਲੋਕ ਰੋਟੀ ਬੜੀ ਪਾਉਂਦੇ ਆ। ਉਹਦਾ ਕਾਰਨ ਪਤਾ ਕੀ? ਵਣਜਾਰਾ ਬੇਦੀ ਉਹਨੇ ਆਪਣੇ ਕੋਸ਼ ਵਿੱਚ ਇਹ ਗੱਲ ਲਿਖੀ ਹੈ। ਉਹ ਕਹਿੰਦਾ ਦਰਅਸਲ ਜਿਹੜੇ ਲੋਕ ਭੈਰੋ ਨੂੰ ਮੰਨਦੇ ਆ ਨਾ, ਭੈਰੋ ਦੀ ਸਵਾਰੀ ਕੁੱਤਾ ਹੈ। ਇਸੇ ਕਰਕੇ ਉਹ ਸਵੇਰੇ ਸਵੇਰੇ ਕਾਲੇ ਕਾਲੇ ਕੁੱਤੇ ਕੁੱਤੀਆਂ ਲੱਭ ਕੇ ਉਹਨਾਂ ਨੂੰ ਰੋਟੀ ਪਾਉਂਦੇ ਨੇ। ਦਰਅਸਲ ਇਹ ਭੈਰੋ ਦੇ ਅਨੁਯਾਈ ਨੇ ਤੇ ਇਸ ਕਰਕੇ ਉਹਨਾਂ ਨੂੰ ਲੱਭ ਲੱਭ ਕੇ ਉਹ ਪਾਉਂਦੇ ਆ। ਉਹ ਕੁੱਤੇ ਦੀ ਪੂਜਾ ਵੀ ਲੋਕ ਕਰਦੇ ਆ, ਕੁੱਤੀਆਂ ਦੀ ਪੂਜਾ ਕੀਤੀ ਜਾਂਦੀ। ਪਰ ਇਹਨੂੰ ਮੈਂ ਇਹ ਨਹੀਂ ਕਹਿ ਰਿਹਾ, ਗੁਰਮਤਿ ਵਿੱਚ ਐਸੀ ਕੋਈ ਥਾਂ ਨਹੀਂ। ਇੱਥੇ ਸਿਰਫ ਇੱਕ ਉਦਾਹਰਨ ਦਿੱਤੀ ਗਈ। ਇੱਥੋਂ ਤੱਕ ਕੁੱਤੇ ਦੇ ਨਾਲ ਵਹਿਮ ਭਰਮ ਵੀ ਬੜੇ ਜੁੜੇ ਆ। ਮੈਂ ਵੀ ਥੋੜ੍ਹੀ ਬੇਨਤੀ ਕਰਦੇ ਹਾਂ, ਜਦੋਂ ਕੁੱਤਾ ਰੋਂਦਾ ਹੈ ਤੇ ਵਹਿਮ ਭਰਮ ਮੈਂ ਕਹਿ ਰਿਹਾ, ਲੋਕ ਕਹਿੰਦੇ ਨੂੰ ਮਾਰੋ ਪਰਾਂ, ਕੁੱਤਾ ਰੋਈ ਜਾਂਦਾ ਹੈ। ਤੇ ਪੁਰਾਣੇ ਲੋਕ ਕਹਿੰਦੇ ਨੂੰ ਜਮਦੂਤ ਦਿਸਦੇ ਪਏ ਸਨ। ਜੇ ਕੁੱਤਾ ਆਕੜਦਾ ਹੋਵੇ ਤਾਂ ਕਹਿੰਦੇ ਨੇ ਪਰਾਂ ਮਾਰੋ, ਇਹਦੇ ਨਾਲ ਦਰਿਦਰਤਾ ਆਉਂਦੀ। ਪਰ ਇਹ ਜੋ ਮੈਂ ਕਹਿ ਰਿਹਾ, ਇਹਨੂੰ ਕੱਲ੍ਹ ਨੂੰ ਕਿਤੇ ਆਪਣੇ ਤੇ ਲਾਗੂ ਨਾ ਕਰ ਲਿਓ ਵੀ ਕੱਲ੍ਹ ਭਾਈ ਸਾਹਿਬ ਨੇ ਕਿਹਾ ਸੀ ਵਹਿਮ ਹੀ ਬਣ ਜਾਏ। ਕਿਉਂਕਿ ਜਦੋਂ ਬੰਦੇ ਅੰਦਰ ਵਹਿਮ ਬਣ ਜਾਏ, ਭਰਮ 'ਚ ਪੈ ਜਾਏ ਨਾ, ਉਦੋਂ ਬੜਾ ਮੁਸ਼ਕਲ ਹੁੰਦਾ ਹੈ। ਮੈਨੂੰ ਯਾਦ ਹੈ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਭਰਮ ਉੱਤੇ ਲਿਖਦਿਆਂ ਇੱਕ ਉਦਾਹਰਨ ਦਿੱਤੀ ਸੀ ਵਹਿਮ ਤੇ। ਕਹਿੰਦੇ ਇੱਕ ਬੰਦਾ ਬਾਜ਼ੀ ਪਾਉਂਦਾ ਸੀ, ਰੋਜ਼ ਮਦਾਰੀ ਕਰਦਾ ਸੀ ਖੇਡ। ਤੇ ਉਹ ਕੀ ਕਰਦਾ ਸੀ, ਦੋ ਵਾਂਸ ਬੰਨ੍ਹ ਕੇ ਨਾ
ਆਪ ਸਭ ਨੂੰ ਪਤਾ ਹੋਣਾ ਹੈ, ਪੈਰਾਂ ਦੇ ਵਿੱਚ ਸਿੰਘ ਬੰਨ੍ਹ ਲੈਂਦਾ ਸੀ ਬਾਜੀ ਪਾਉਣ ਵਾਲਾ, ਤੇ ਰੱਸੇ ਦੇ ਉੱਤੇ ਤੁਰਦਾ ਸੀ ਤੇ ਹੱਥ ਵਿੱਚ ਸੋਟਾ ਪਕੜਿਆ ਹੁੰਦਾ ਸੀ, ਡਾਂਗ ਜਾਂ ਵਾਂਸ ਜਾਂ ਵੰਝ, ਉਹਦੇ ਨਾਲ ਆਪਣਾ ਬੈਲੈਂਸ ਬਣਾ ਕੇ ਰੱਖਦਾ ਸੀ। ਉਹ ਜਦੋਂ ਬਾਜੀ ਪਾਉਣ ਆਇਆ, ਕਿਸੇ ਨੇ ਮਜ਼ਾਕ ਕਰਕੇ ਟੀਚਰ ਕਰਕੇ ਕਿਹਾ ਵੀ ਜਿੱਥੇ ਤੂੰ ਪਾਉਣ ਲੱਗਾ ਨਾ ਬਾਜੀ, ਆਹ ਰੁੱਖ ਪੱਕਾ ਹੀ, ਇੱਥੇ ਪੀਰ ਰਹਿੰਦਾ, ਇੱਥੇ ਭੂਤ ਰਹਿੰਦੇ ਆ, ਵੇਖੀ ਸਿਰ ਪਰ ਨਾ ਡਿੱਗ ਪਈ। ਉਹ ਹੱਸ ਪਿਆ, ਕਹਿੰਦਾ ਨਹੀਂ ਮੇਰਾ ਤਜਰਬਾ ਇੰਨਾ, ਇਹ ਮੈਂ ਇਸ ਭਰਮ 'ਚ ਨਹੀਂ ਪੈਂਦਾ। ਪਰ ਉਹਦੇ ਧੁਰ ਅੰਦਰ ਗੱਲ ਬਹਿ ਗਈ। ਜਦੋਂ ਬੰਦਾ ਰੱਸੇ ਤੇ ਤੁਰਿਆ, ਉਹਨੂੰ ਉਸ ਫੁਰਨੇ ਨੇ ਇੱਕੋ ਦਮ ਅਟੈਕ ਕੀਤਾ ਜੋ ਬੰਦਾ ਬੋਲਿਆ ਸੀ, ਜੋ ਉਹਨੇ ਕਿਹਾ ਨਾ ਵੀ ਇੱਥੇ ਪੱਕੀ ਥਾਂ ਹੀ, ਉਹ ਇੱਕੋ ਦਮ ਉਹਦੇ ਅੰਦਰ ਬਹਿ ਗਈ, ਉਹਦਾ ਬੈਲੈਂਸ ਵਿਗੜਿਆ, ਉਹ ਜ਼ਮੀਨ ਉੱਤੇ ਡਿੱਗ ਕੇ ਉਹ ਖਤਮ ਹੋ ਗਿਆ। ਮੇਰੇ ਕਹਿਣ ਤੋਂ ਮੁਰਾਦ ਇਹ ਚੀਜ਼ਾਂ ਵਹਿਮ ਨਾਲ ਜੁੜੀਆਂ ਨੇ। ਤੇ ਮੈਂ ਫਿਰ ਵੀ ਬੇਨਤੀ ਕਰਾਂਗਾ, ਅਸੀਂ ਲੈਣੇ ਕੁੱਤੇ ਦਾ ਉਹ ਪੱਖ ਜਿਸ ਵਿੱਚ ਵਫਾਦਾਰੀ ਹੈ, ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਨਿਮਰਤਾ ਦਾ ਸੂਚਕ ਹੈ। ਗੁਰੂ ਨਾਨਕ ਸਾਹਿਬ, ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਜੀ ਨੇ ਕੁੱਤੇ ਦੀ ਇਸ ਵਫਾਦਾਰੀ ਨੂੰ ਲੈ ਕੇ ਪਰਮਾਤਮਾ ਦੇ ਦਰ ਦੇ ਉੱਤੇ ਪੁਕਾਰ ਕੀਤੀ। ਜਿਵੇਂ ਇੱਕ ਦੀਨ ਬਣ ਕੇ ਬੇਨਤੀ ਕੀਤੀ ਜਾਂਦੀ ਹੈ, ਭਿਖਾਰੀ ਬਣ ਕੇ ਕੀਤੀ ਜਾਂਦੀ ਹੈ, ਆਤੁਰ ਬਣ ਕੇ ਕੀਤੀ ਜਾਂਦੀ ਹੈ, ਆਰਤ ਬਣ ਕੇ ਕੀਤੀ ਜਾਂਦੀ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਵਫਾਦਾਰੀ ਲਈ, ਸਮਰਪਣ ਲਈ, ਆਪਣਾ ਆਪ ਭੇਟ ਕਰਨ ਦੇ ਲਈ ਸਤਿਗੁਰਾਂ ਨੇ ਇਸ ਕੁੱਤੇ ਦੀ ਉਦਾਹਰਨ ਲੈ ਕੇ ਵੀ ਮਾਲਕ ਦੇ ਦਰ ਤੇ ਬੇਨਤੀ ਕੀਤੀ। ਜਿਵੇਂ ਮੈਂ ਕਿਹਾ ਵੀ ਗਰੀਬ ਬਣ ਕੇ, ਹਮਸਰ ਦੀਨ ਦਇਆਲ ਨਾ ਤੁਮ ਸਰ, ਇਹ ਗਰੀਬੀ ਨਤਾਣਾਪਣ ਹੈ। ਜਿਵੇਂ ਅਸੀਂ ਪਾਠ ਕਰ ਰਹੇ ਹਾਂ, ਗੋਪਾਲ ਤੇਰਾ ਆਰਤਾ, ਇਹ ਅੱਜ ਨਿਮਾਣਾਪੁਣ ਹੈ ਵੀ, ਮੈਂ ਤੇਰੇ ਦਰ ਦਾ ਦੁਖਿਆਰਾ ਹਾਂ, ਆਜਿਜ਼ ਖਾਂ। ਇੱਥੇ ਸਤਿਗੁਰਾਂ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਗੱਲ ਨੂੰ, ਆਪਣੇ ਹਿਰਦੇ ਨੂੰ ਰੱਬ ਸਾਹਮਣੇ ਰੱਖਣ ਲਈ ਜਿਹੜੀ ਉਦਾਹਰਨ ਲਈ, ਉਸ ਵਿੱਚ ਅਰਦਾਸ ਤੇ ਵਫਾਦਾਰੀ ਲਈ ਕੁੱਤੇ ਦੀ ਉਦਾਹਰਨ ਲਈ। ਜਿਵੇਂ ਮੈਂ ਪਾਠ ਕਰਾਂ, ਮਹਾਰਾਜ ਦਾ ਇੱਕ ਬਚਨ ਹੁੰਦਾ ਹੈ, ਏਤੇ ਕੂਕਰ ਹਉ ਬੇਗਾਨਾ। ਵਿਚਾਰ ਆਪਣੀ ਚੱਲ ਰਹੀ ਹੈ, ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨੇ ਨਿਤ। ਏਤੇ ਕੂਕਰ ਹਉ ਬੇਗਾਨਾ, ਭੌਂਕਾ ਇਸ ਤਨ ਤਾਈ, ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਏ। ਗੁਰੂ ਨਾਨਕ ਸਾਹਿਬ ਜੀ ਦੀ ਬੇਨਤੀ ਹੈ। ਇਹਦੇ ਅਰਥ ਇਸ ਢੰਗ ਨਾਲ ਕੀਤੇ ਗਏ, ਏਤੇ ਕੂਕਰ, ਇੰਨੇ ਕੁੱਤੇ ਨੇ, ਹਉ ਬੇਗਾਨਾ, ਮੈਂ ਇਹਨਾਂ ਦੇ ਵਿੱਚ ਬੇਗਾਨਾ ਵਾਂ, ਇਹਨਾਂ ਨਾਲ ਮੇਰੀ ਜਾਣ ਪਛਾਣ ਕੋਈ ਨਹੀਂ। ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ, ਮੈਂ ਭੌਂਕਦਾ ਹਾਂ ਇਸ ਲਈ, ਇਸ ਤਨ ਤਾਈ, ਇਸ ਤਨ ਲਈ, ਇਸ ਸਰੀਰ ਲਈ। ਇਹਦੇ ਅਰਥ ਫਿਰ ਬੇਨਤੀ ਕਰਾਂ ਦੁਬਾਰਾ ਕਿ ਜਿਵੇਂ ਉਂਝ ਵੈਸੇ ਕੂਕਰਾ ਜਿਹੜਾ ਹੈ ਤੇ ਭੈਂਸਾ ਜਿਹੜਾ, ਮੈਨੂੰ ਬਖਸ਼ ਦਿਆ ਜੇ ਮੈਂ ਗੱਲ ਕਰਨ ਲੱਗਾ ਬੜੀ ਔਖੀ ਜਿਹੀ ਲੱਗਣੀ ਹੈ। ਇੱਕ ਕੁੱਤਾ, ਇੱਕ ਸੰਡਾ, ਸਾਣ ਤੇ ਤੀਜਾ ਪੁਜਾਰੀ, ਇਹ ਤਿੰਨੇ ਬੰਦੇ ਆਪਣੀ ਜਾਤ ਵੇਖ ਕੇ ਬੜੇ ਕਲਪਨ ਲੱਗ ਪੈਂਦੇ। ਫਿਰ ਬੇਨਤੀ ਸੁਣਿਓ, ਭੈਂਸਾ ਸਮਝੋ, ਸੰਡਾ ਸ਼ਬਦ ਵਰਤਾਂ ਸਾਡੇ ਵਰਤਦੇ ਸਨ ਪਹਿਲਾਂ, ਝੋਟਾ। ਇੱਕ ਝੋਟਾ ਦੂਜੇ ਝੋਟੇ ਨੂੰ ਦੇਖ ਕੇ ਬਿਨਾਂ ਮਤਲਬ ਹੀ ਖੌਰੂ ਪੁੱਟਣ ਲੱਗ ਪੈਂਦਾ, ਭਿੜ ਪੈਂਦੇ ਆ, ਸਿੰਘ ਵਸਾ ਲੈਂਦੇ ਆ। ਇੱਕ ਕੁੱਤਾ, ਦੂਜੇ ਪਾਸੇ ਦਾ ਕੁੱਤਾ ਆਵੇ, ਕੁਝ ਵੰਡਣਾ ਵੀ ਨਹੀਂ, ਐਵੇਂ ਉਹਨੂੰ ਵੇਖ ਕੇ ਇੱਕ ਦੂਜੇ ਨੂੰ ਵੱਢੀ ਜਾਣਗੇ। ਤੇ ਤੀਸਰਾ, ਮੈਨੂੰ ਬਖਸ਼ ਦਿਓ, ਬਹੁ ਗਿਣਤੀ 'ਚ ਜਿਹੜੀ ਧਰਮ ਨਾਲ ਜੁੜੀ ਕੋਈ ਪੁਜਾਰੀ ਸਿਸਟਮ ਹੁੰਦਾ ਹੈ, ਪੁਜਾਰੀ ਸਿਸਟਮ ਹੈ ਕਿਸੇ ਲਾ ਕੇ ਨਹੀਂ, ਤਕਰੀਬਨ ਉਹ ਵੀ ਦੂਜੇ ਨੂੰ ਬਰਦਾਸ਼ਤ ਨਹੀਂ ਕਰਦਾ ਵੀ ਜਿੱਥੇ ਮੇਰੀ ਗੱਲਬਾਤ ਚੱਲਦੀ ਹੈ ਦੂਜਾ ਕਿੱਥੋਂ ਆ ਗਿਆ। ਇਹ ਬੜਾ ਮੁਸ਼ਕਲ ਹੈ ਉਹਨਾਂ ਲਈ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਇੱਥੇ ਏਤੇ ਕੂਕਰ ਖੋਂ ਬੇਗਾਨਾ, ਭੌਂਕਾਂ ਇਸ ਤਨ ਤਾਈ, ਕਈ ਅਰਥ ਕੀਤੇ ਨੇ। ਏਤੇ ਕੂਕਰ ਦਰ ਤੇ ਇੰਨੇ ਮਨੁੱਖ ਨੇ ਤੇਰੇ ਸਾਹਮਣੇ ਪੁਕਾਰ ਕਰ ਲਈ, ਪਰ ਆਹ ਅਰਥ ਬੜੇ ਢੁੱਕਦੇ ਆ ਚੰਗੇ। ਏਤੇ ਕੂਕਰ ਖੋਂ ਬੇਗਾਨਾ, ਹੇ ਪ੍ਰਮਾਤਮਾ, ਜਿਸ ਧਰਤੀ ਤੇ ਮੈਂ ਆਇਆ, ਇਹ ਸ਼ਹਿਰ, ਇਹ ਵਸਨੀਕ ਨਹੀਂ ਮੈਂ ਇੱਥੋਂ ਦਾ, ਇਹ ਦੇਸ਼ ਮੇਰਾ ਇੱਥੋਂ ਦਾ ਨਹੀਂ, ਤੇ ਇੱਥੇ ਕਿੰਨੇ ਕੁੱਤੇ ਨੇ ਜਿਨ੍ਹਾਂ ਨੂੰ ਵਾਸ਼ਨਾ ਰੂਪ ਕੁੱਤੇ ਕਿਹਾ। ਕਹਿੰਦੇ ਨੇ ਮੈਂ ਜਿੱਧਰੋਂ ਲੰਘਣਾ, ਹਰ ਕਦਮ ਕਦਮ ਤੇ ਇਹ ਕੁੱਤੇ ਭੌਂਕਦੇ ਨੇ, ਤੇ ਜਦੋਂ ਇਹ ਪੈਂਦੇ ਨੇ ਤੇ ਮੈਂ ਫਿਰ ਬਚਣ ਲਈ ਭੌਂਕਣਾ। ਦੇਖੋ ਇਸ ਦੇ ਅਰਥ, ਮੈਂ ਬਚਣ ਲਈ ਭੌਂਕਣਾ, ਮੈਂ ਤੇਰੇ ਵਾਸਤੇ ਨਹੀਂ ਭੌਂਕ ਰਿਹਾ, ਤੇਰੀ ਵਫਾਦਾਰੀ ਨਹੀਂ ਕਰ ਰਿਹਾ, ਮੈਂ ਸਿਰਫ ਆਪਣੇ ਆਪ ਨੂੰ ਬਚਾਉਣ ਲਈ ਭੌਂਕ ਰਿਹਾ ਵਾਂ। ਏਤੇ ਕੂਕਰ ਹੋਂ ਬੇਗਾਨਾ,
ਇਹਨਾਂ ਵਾਸ਼ਨਾ ਵਾਲੇ ਕੁੱਤਿਆਂ 'ਚ ਮੈਂ ਇਕੱਲਾ ਫਸ ਗਿਆ। ਤੇ ਜੇ ਮੈਂ ਭੌਂਕਣਾ, ਇਹਦਾ ਅਰਥ ਤੇਰੀ ਇਬਾਦਤ ਕਰਨਾ, ਤੇਰਾ ਸਿਮਰਨ ਕਰਨਾ, ਤੇਰਾ ਚਿੰਤਨ ਕਰਨਾ, ਤੇਰੀ ਆਰਾਧਨਾ ਕਰਨਾ, ਇਹ ਤੇਰੇ ਤੇ ਅਹਿਸਾਨ ਨਹੀਂ ਕਰ ਰਿਹਾ। ਜਿਵੇਂ ਇੱਕ ਕੁੱਤਾ ਬੇਗਾਨੇ ਕੁੱਤਿਆਂ ਵਿੱਚ ਘਿਰਿਆ ਹੋਇਆ ਭੌਂਕਦਾ ਹੈ ਆਪਣੇ ਆਪ ਨੂੰ ਬਚਾਉਣ ਲਈ, ਹੇ ਪ੍ਰਮਾਤਮਾ ਮੈਂ ਸਿਰਫ ਜੇ ਪੁਕਾਰਨਾ ਪਿਆ ਆਪਣੇ ਸਵਾਰਥ ਲਈ, ਆਪਣੇ ਆਪ ਨੂੰ ਬਚਾਉਣ ਲਈ, ਮੈਂ ਆਪਣੇ ਤਨ ਲਈ ਭੌਂਕਣਾ ਪਿਆ, ਤੇਰੀ ਵਫਾਦਾਰੀ ਮੈਂ ਕਾਦੀ ਕਰਨੀ। ਵਾਹ ਵਾਹ, ਕੈਸਾ ਮਹਾਰਾਜ ਨਿਮਰਤਾ ਭਰਿਆ ਬੋਲ। ਇਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ, ਇਸ ਸਰੀਰ ਲਈ। ਪਰ ਅਗਲਾ ਬਚਨ ਕਿਆ ਮਾਲਕਾ, ਕੁੱਤਾ ਤਾਂ ਤੇਰਾ ਹੀ ਹੈ ਨਾ। ਭਗਤਹੀਨ ਨਾਨਕ ਜੇ ਹੋਏਗਾ, ਜੇ ਮੈਂ ਭਗਤੀ ਤੋਂ ਹੀਣਾ ਵਾਂ। ਪਿਆਰਿਓ, ਆ ਬੜਾ ਭਰੋਸੇ ਵਾਲਾ ਸ਼ਬਦ ਹੈ। ਚਲੋ ਮੈਂ ਕਈ ਵਾਰੀ ਸੋਚਣਾ ਮਨਾ ਸੰਗਤ ਜਾਂ ਇੱਕ ਦੂਜੇ ਨੂੰ ਆਪਾਂ ਕਹਿੰਦੇ ਹਾਂ ਸਿੱਖ, ਜਦੋਂ ਆਪਣਾ ਜੀਵਨ ਦੇਖੀਦਾ, ਕਰਮ ਦੇਖੀਦੇ ਨੇ, ਕਿਉਂਕਿ ਆਪਣੇ ਅੰਦਰ ਦੇ ਫੁਰਨਿਆਂ ਦਾ, ਕਰਮਾਂ ਦਾ ਸਿਰ ਬੰਦੇ ਨੂੰ ਪਤਾ ਹੈ। ਇਹ ਪਰਦੇ 'ਚ ਜੀਂਦਾ ਇਨਸਾਨ। ਪਿਆਰਿਓ, ਜਾਂ ਇਹਨੂੰ ਪਤਾ ਹੈ, ਜਾਂ ਇਹਦੇ ਰੱਬ ਨੂੰ ਪਤਾ ਹੈ, ਜਾਂ ਗੁਰੂ ਨੂੰ ਪਤਾ ਹੈ। ਪਰ ਉਦੋਂ ਕਹੀਦਾ ਮਾਲਕਾ ਕਿਰਪਾ ਕਰੀ, ਤੂੰ ਬਸ ਇੰਨੀ ਕੁ ਲਾਜ ਰੱਖ ਲਈ ਕਿ ਲੋਕ ਮੈਨੂੰ ਤੇਰਾ ਸਿੱਖ ਕਹਿੰਦੇ ਨੇ, ਤੂੰ ਆਪਣੇ ਸਿੱਖ ਸ਼ਬਦ ਦੀ ਲਾਜ ਹੀ ਬਚਾ ਲੈ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਆਉਂਦਾ ਹੈ, ਹਜ਼ੂਰ ਨੇ ਫਰਮਾਇਆ ਵੀ ਹੈ ਕਿ ਮਾਲਕ ਜੀ ਕਿਰਪਾ ਕਰਿਓ, ਹਮਰੀ ਜਾਤ ਪਾਤ ਗੁਰ ਸਤਗੁਰ, ਹਮ ਵੇਚਿਓ ਸਿਰ ਗੁਰ ਕੈ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੈ। ਕਿ ਵਾਹਿਗੁਰੂ ਲੋਕ ਮੈਨੂੰ ਤੇਲਾ ਚੇਲਾ ਕਹਿਣ ਲੱਗ ਪਏ ਆ, ਤੂੰ ਬਸ ਇੰਨੀ ਲਾਜ ਰੱਖ ਲਈ ਵੀ ਤੇਰਾ ਚੇਲਾ ਮੈਨੂੰ ਲੋਕ ਮੰਨਦੇ ਆ, ਮੈਂ ਜੇ ਬਣਿਆ ਨਹੀਂ। ਹੁਣ ਇੱਥੇ ਸਤਿਗੁਰੂ ਸ਼ਬਦ ਕੀ ਕਹਿ ਰਿਹਾ, ਇਤੇ ਕੂਕਰ ਹੋਂ ਬੇਗਾਨਾ, ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਜੇ ਮੈਂ ਭਗਤੀ ਤੋਂ ਹੀਣਾ ਵਾਂ, ਪਰ ਇਹਨਾਂ ਤਾਂ ਲੋਕਾਂ ਨੂੰ ਪਤਾ ਹੈ ਨਾ ਇਹ ਫਲਾਣੇ ਦਾ ਕੁੱਤਾ ਹੈ, ਮੈਂ ਤੈਨੂੰ ਭੁੱਲ ਜਾਵਾਂਗਾ, ਪਰ ਤੇਰਾ ਨਾਮ ਜਿਹੜਾ ਮੇਰੇ ਨਾਲ ਜੁੜਿਆ ਹੋਇਆ, ਖਸਮੈ ਨਾਉ ਨਾ ਜਾਈ। ਪਰਮਾਤਮਾ ਤੇਰਾ ਨਾਮ ਮੇਰੇ ਨਾਲ ਜੁੜ ਚੁੱਕਾ ਹੈ। ਮੈਂ ਗਲਤੀ ਕਰਾਂਗਾ, ਪਰ ਤੂੰ ਆਪਣੇ ਨਾਮ ਦੀ ਲਾਜ ਜ਼ਰੂਰ ਰੱਖੇਗਾ। ਮਹਾਰਾਜ ਨੇ ਇੱਥੇ ਵੀ ਕੂਕਰ ਦੀ ਉਦਾਹਰਨ ਦਿੱਤੀ। ਇੱਕ ਉਹਨਾਂ ਦਾ ਬਚਨ ਹੈ, ਗੁਰੂ ਨਾਨਕ ਸਾਹਿਬ ਦੀ ਮੈਂ ਲੈ ਲੱਗਾ, ਸਗ ਨਾਨਕ ਦੀਵਾਨ ਮਸਤਾਨਾ। ਗੁਰੂ ਨਾਨਕ ਸਾਹਿਬ, ਸਗ ਫਾਰਸੀ ਦਾ ਸ਼ਬਦ ਹੈ ਜੀ, ਜਿਵੇਂ ਅਸੀਂ ਸਵਾਨ ਕੂਕਰ ਪੜ੍ਹ ਰਹੇ ਹਾਂ, ਕੁੱਤਾ ਸ਼ਬਦ ਵਰਤ ਰਹੇ। ਇੱਥੇ ਮਹਾਰਾਜ ਕਹਿੰਦੇ ਆ ਸਗ ਨਾਨਕ ਦੀਵਾਨ ਮਸਤਾਨਾ। ਵਾਹਿਗੁਰੂ, ਇੰਨੀ ਨਿਮਰਤਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਪ੍ਰਮਾਤਮਾ ਮੈਂ ਤੇਰੇ ਦਰਬਾਰ ਦਾ ਕੁੱਤਾ ਹਾਂ। ਵਾਹਿਗੁਰੂ, ਸਗ ਨਾਨਕ ਦੀਵਾਨ ਮਸਤਾਨਾ, ਮੈਂ ਤੇਰੇ ਨਾਮ ਦੇ ਵਿੱਚ ਮਸਤ ਹੋ ਗਿਆ, ਮੈਂ ਤੇਰੇ ਦਰ ਦਾ ਵਫਾਦਾਰ ਹਾਂ। ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜ੍ਹੈ ਸਵਾਇਆ, ਦਰ ਤੇਰੇ ਦਾ ਕੁੱਤਾ ਹਾਂ, ਤੇਰੇ ਨਾਮ ਵਿੱਚ ਮਸਤ ਰਹਿਣਾ। ਇੱਕ ਕਿਰਪਾ ਕਰੀ, ਮੇਰੀ ਇਹ ਮਸਤੀ ਤੇਰੇ ਨਾਮ ਦੀ ਉਤਰੇ ਨਾ, ਦਿਨ ਰਾਤ ਮੇਰੇ ਅੰਦਰ ਤੂੰ ਨਾਮ ਦੀ ਮਸਤੀ ਹੋਰ ਚੜਾ ਦੇ। ਕਿਉਂ? ਕਿਉਂਕਿ ਬਾਹਰ ਅੱਗ ਤਪਦੀ ਪਈ ਵਾਸ਼ਨਾ ਦੀ, ਤੇਰਾ ਨਾਮ ਹੀ ਠੰਡ ਦੇਣ ਵਾਲਾ ਹੈ। ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜ੍ਹੈ ਸਵਾਇਆ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਦੁਨੀਆ ਅੱਗ ਹੈ, ਸਿਰਫ ਤੇਰਾ ਇੱਕ ਨਾਮ ਹੈ ਜਿਹੜਾ ਧੁਰ ਅੰਦਰ ਨੂੰ ਠੰਡ ਦਿੰਦਾ ਹੈ। ਮੈਂ ਅਰਜ਼ ਕੀਤੀ ਗੁਰੂ ਨਾਨਕ ਸਾਹਿਬ ਇਸ ਉਦਾਹਰਨ ਨੂੰ ਸਮਰਪਣ ਵਿੱਚ ਲੈ ਕੇ, ਵਫਾਦਾਰੀ ਵਿੱਚ ਲੈ ਕੇ, ਇੱਥੇ ਮਹਾਰਾਜ ਕਹਿ ਰਿਹਾ ਭਾਈ ਅਸੀਂ ਤਾਂ ਉਸ ਮਾਲਕ ਦੇ ਦਰ ਦੇ ਕੂਕਰ ਹਾਂ। ਦੂਸਰਾ ਇਸ ਤੋਂ ਅਗਲਾ ਬਚਨ, 3-4 ਬਚਨ ਤਕਰੀਬਨ ਸਾਰੇ ਸੱਜਣ ਇਹੀ ਕੋਟ ਕਰਦੇ ਆ। ਕਬੀਰ ਸਾਹਿਬ ਮਹਾਰਾਜ, ਉਹਨਾਂ ਦੀ ਬਾਣੀ ਭਗਤ ਕਬੀਰ ਸਾਹਿਬ ਜੀ, ਉਹਨਾਂ ਦੀ ਪਵਿੱਤਰ ਬਾਣੀ ਦੇ ਅੰਦਰ ਉਹਨਾਂ ਨੇ ਵੀ ਇਸ ਉਦਾਹਰਨ ਨੂੰ ਆਪਣੀ ਰਚਨਾ ਦੇ ਵਿੱਚ ਵਫਾਦਾਰੀ ਦੇ ਰੂਪ ਵਿੱਚ ਉਹਨਾਂ ਨੇ ਪ੍ਰਗਟ ਕੀਤਾ ਹੈ। ਤੇ ਮੈਂ ਬੇਨਤੀ ਕਰਾਂ ਕੁੱਤੇ ਦੀ ਵਫਾਦਾਰੀ ਅੱਗੇ ਮੈਂ ਅਰਜ਼ ਕਰਨਾ ਕਿ ਉਹਨਾਂ ਨੇ ਕਿਹਾ ਮਾਲਕ ਜੀ ਕਿ ਅਸਲ 'ਚ ਮੈਂ ਤੇਰੇ ਦਰ ਦਾ ਕੁੱਤਾ ਵਾਂ। ਉਹਨਾਂ ਨੇ ਵੀ ਕੁੱਤੇ ਦੀ ਉਦਾਹਰਨ ਦੋ ਤਰ੍ਹਾਂ ਲਈ। ਇੱਕ ਤਾਂ ਬਸੰਤ ਰਾਗ ਜਦੋਂ ਆਉਂਦਾ, ਬਸੰਤ ਪੜ੍ਹਿਆ ਜਾਂਦਾ, ਇੱਕ ਸ਼ਬਦ ਕੀਰਤਨੀਏ ਪੜ੍ਹਦੇ ਨੇ, ਸੁਰਾਂ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉੱਪਰ ਚਮਕ ਬਾਲ। ਉਹਦੇ ਵਿੱਚ ਇੱਕ ਬਚਨ ਆਉਂਦਾ, ਚਾਕੀ ਚਾਟੈ ਚੂਨ ਖਾਹੇ। ਇਹਦੇ ਵਿੱਚ ਕਹਿੰਦੇ ਕੁੱਤਾ ਆਉਂਦਾ, ਚੱਕੀ ਚੱਟਦਾ, ਆਟਾ ਖਾਂਦਾ, ਚੂਨ ਕਾ ਚਿਥਰਾ ਕਹਾ ਲੈ ਜਾਏ। ਜਿਹੜਾ ਉਹ ਚੱਕੀ ਵਾਲਾ ਕੱਪੜਾ ਹੈ,
ਉਹਨੂੰ ਮੂੰਹ 'ਚ ਪਾ ਕੇ, ਪਰੋਲੇ ਨੂੰ ਮੂੰਹ 'ਚ ਪਾ ਕੁੱਤਾ ਚਲਾ ਜਾਂਦਾ। ਉੱਥੇ ਲਾਲਚ ਵਾਲੀ ਬਿਰਤੀ। ਪਰ ਕਬੀਰ ਸਾਹਿਬ ਦਾ ਇੱਕ ਬਚਨ ਹੈ, ਖਮ ਕੂਕਰ ਤੇਰੇ ਦਰਬਾਰ। ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ, ਸਗ ਨਾਨਕ ਦੀਵਾਨ ਮਸਤਾਨਾ, ਤੇ ਕਬੀਰ ਸਾਹਿਬ ਕਰਨ ਖਮ ਕੂਕਰ ਤੇਰੇ ਦਰਬਾਰ। ਨਾਨਕ ਇਹ ਬਿਦ ਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਹਮ ਕੂਕਰ ਤੇਰੇ ਦਰਬਾਰ, ਭੌਂਕੈ ਆਗੈ ਬਦਨ ਪਸਾਰ। ਭੌਂਕੈ ਆਗੈ ਬਦਨ ਪਸਾਰ। ਮਾਲਕਾ ਅਸੀਂ ਤੇਰੇ ਦਰਵਾਜ਼ੇ ਅੱਗੇ, ਅਸੀਂ ਤੇਰੀ ਦਹਲੀਜ਼ ਅੱਗੇ ਬਦਨ ਪਸਾਰ ਕੇ ਬੈਠੇ ਹਾਂ। ਅਸੀਂ ਦਿਨ ਰਾਤ ਤੇਰੀ ਖਾਤਰ ਭੌਂਕਣੇ ਪਏ ਹਾਂ। ਤੇ ਮਾਲਕ ਮੈਂ ਤੇਰੇ ਦਰ ਦਾ ਭੌਂਕਣ ਵਾਲਾ ਕੁੱਤਾ ਹਾਂ। ਕਬੀਰ ਸਾਹਿਬ ਨੇ ਕਿਹਾ। ਉਹਨਾਂ ਤਾਂ ਆਪਣਾ ਨਾਮ ਹੀ ਰੱਖ ਦਿੱਤਾ ਜੀ। ਜਿਵੇਂ ਕੋਈ ਕੁੱਤਾ ਖਰੀਦ ਕੇ ਲਿਆਉਂਦਾ ਹੈ ਤੇ ਉਸ ਦਾ ਨਾਮ ਰੱਖਿਆ ਜਾਂਦਾ। ਕੋਈ ਅੰਗਰੇਜ਼ੀ ਦੇ ਨਾਂ ਰੱਖਦੇ ਆ, ਕੋਈ ਪੁਰਾਣੇ ਨਾਂ ਰੱਖਦੇ ਸਨ। ਉਹਨਾਂ ਨੇ ਆਪਣੇ ਲਈ ਜਿਹੜਾ ਸ਼ਬਦ ਵਰਤਿਆ ਗੁਰਮੁਖੋ, ਉਹ ਵਰਤਿਆ ਮੁਤੀਆ। ਕਹਿੰਦੇ ਨੇ, ਵਾਹਿਗੁਰੂ ਜੀ ਮੈਂ ਤੇਰੇ ਦਰ ਤੇ ਭੌਂਕਣ ਵਾਲਾ ਕੁੱਤਾ ਹਾਂ। ਮੋਤੀ ਮੇਰਾ ਨਾਮ ਹੈ। ਗਲ ਮੇਰੇ ਦੇ ਵਿੱਚ ਜ਼ੰਜੀਰ, ਰੱਸੀ, ਸੰਗਲੀ ਪਾਈਏ। ਮੇਰੀ ਮਰਜ਼ੀ ਕੋਈ ਨਹੀਂ। ਸੰਗਲੀ ਪਕੜ ਕੇ ਖਿੱਚਣ ਵਾਲਿਆ, ਜਿਸ ਪਾਸੇ ਤੇਰੀ ਮਰਜ਼ੀ ਏ ਤੂੰ ਉਧਰ ਖਿੱਚ ਕੇ ਲੈ ਜੀ। ਮੈਂ ਤਾਂ ਸਿਰਫ ਤੇਰੇ ਦਰ ਤੇ ਭੌਂਕਣ ਵਾਲਾ। ਦੇਖੋ ਇਹਦਾ ਮਤਲਬ, ਮੈਂ ਕੁੱਤੇ ਦੀ ਤਰ੍ਹਾਂ ਵਫਾਦਾਰੀ ਕਰਨਾ। ਤੇ ਮੈਨੂੰ ਇਹ ਸ਼ਬਦ ਇੰਨੇ ਅੱਜ ਨੂੰ ਭਾਏ। ਵੇਖੋ ਕੁੱਤੇ ਜਿਨ੍ਹਾਂ ਰੱਖੇ ਆ, ਮਾਲਕ ਦੇ ਦਰ ਤੇ ਬੈਠੇ ਆ, ਉਹ ਭੁੱਖਾ ਮਰ ਜੂਗਾ। ਮੰਨ ਲਓ ਇੱਕ ਝੌਂਪੜੀ ਵਾਲੇ ਨੇ ਪਾਲਤੂ ਕੁੱਤਾ ਹੈ ਉਹਦੇ ਕੋਲ, ਉਹ ਮਾਲਕ ਦੇ ਦਰ ਤੋਂ ਰੋਟੀ ਖਾਂਦਾ ਹੈ। ਗਵਾਂਢੀ ਭਾਵੇਂ ਅਰਬਾਂ ਪਤੀ ਹੋਵੇ, ਵਫਾਦਾਰ ਕੁੱਤਾ ਭੁੱਖਾ ਮਰੂਗਾ ਪਰ ਗਵਾਂਢੀ ਦੇ ਕੋਲ ਨਹੀਂ ਜਾਏਗਾ। ਉਹ ਦਿਨ ਰਾਤ ਮਾਲਕ ਸੁੱਤਾ ਹੋਵੇ ਪਰ ਕੁੱਤਾ ਜਾ ਕੇ ਮਾਲਕ ਦੇ ਦਰ ਤੇ ਬੈਠ ਕੇ ਉਹਦੀ ਵਫਾਦਾਰੀ ਕਰੇਗਾ। ਕਬੀਰ ਸਾਹਿਬ ਨੇ ਇਸ ਕਰਕੇ ਕਿਹਾ ਵੀ ਮੈਂ ਵਫਾਦਾਰੀ ਨਿਭਾ ਰਿਹਾ। ਖਮ ਕੂਕਰ ਤੇਰੇ ਦਰਬਾਰ, ਭੌਂਕੈ ਆਗੈ ਬਤਨ ਪਸਾਰ। ਦੂਸਰਾ ਬਚਨ ਹੈ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ। ਮੇਰਾ ਨਾਮ ਮੋਤੀ ਹੈ, ਤੇਰੇ ਹੁਕਮ ਦਾ ਸੰਗਲ ਮੇਰੇ ਗਲ 'ਚ ਹੈ। ਤੂੰ ਜਿੱਥੇ ਲਿਜਾਏਗਾ ਮੈਂ ਉਧਰ ਹੀ ਤੁਰੇ ਜਾਣਾ। ਇਹਦਾ ਮਤਲਬ ਕੂਕਰ ਦਾ ਅਰਥ ਹੋ ਗਿਆ ਵਫਾਦਾਰ ਹਾਂ ਮੈਂ ਤੇਰਾ, ਤੇਰੇ ਹੁਕਮ ਦਾ ਸੰਗਲ ਹੈ। ਤੂੰ ਜਿਸ ਪਾਸੇ ਮਰਜ਼ੀ ਲੈ ਜਾਈਂ ਮੇਰੇ ਪਰਮਾਤਮਾ, ਮੈਂ ਉਸੇ ਪਾਸੇ ਤੁਰਾਂਗਾ, ਕਿਉਂਕਿ ਮੈਂ ਤੇਰੇ ਦਰ ਦਾ ਹਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਖਮਾਰੇ ਜੇਵਰੀ ਜੇ ਖਿੰਚੈ ਤੈਂ ਜਾਉ। ਮਹਾਰਾਜ ਕਹਿੰਦੇ ਨਾਨਕ ਇਹ ਬਿਦ ਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਕੁੱਤਾ ਸੰਗਲੀ ਜਿੱਧਰ ਮਾਲਕ ਖਿੱਚੇ ਉਧਰ ਜਾਂਦਾ ਹੈ, ਬਸ ਮਨਾ ਜਿੱਧਰ ਪਰਮਾਤਮਾ ਹੁਕਮ ਦੀ ਜੰਜੀਰ ਨਾਲ ਖਿੱਚੀ ਜਾਏ, ਚੰਗੇ 'ਚ ਰੱਖੇ, ਮੰਦੇ 'ਚ ਰੱਖੇ, ਭੁੱਖ 'ਚ ਰੱਖੇ, ਦੁੱਖ 'ਚ ਰੱਖੇ, ਹਰਕ 'ਚ ਰੱਖੇ, ਸੋਗ 'ਚ ਰੱਖੇ, ਉਸ ਕੁੱਤੇ ਦੀ ਤਰ੍ਹਾਂ ਤੂੰ ਮਾਲਕ ਦਾ ਦਰ ਨਾ ਕਦੀ ਛੱਡੀ। ਮੈਂ ਬੇਨਤੀ ਕਰਾਂ, ਕੈਸੀ ਮਹਾਰਾਜ ਜੀ ਨੇ ਉਦਾਹਰਨ ਦਿੱਤੀ। ਦੁੱਖ ਹੋਰ ਮੈਂ ਅਰਜ਼ ਆਪ ਨੂੰ ਬੇਨਤੀਆਂ ਕਰ ਦੇਣਾ, ਖਾਸ ਕਰਕੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ, ਉਹਨਾਂ ਦਾ ਜ਼ਿਕਰ ਵੀ ਵਿਦਵਾਨ ਪੁਰਸ਼ ਇਸ ਉਦਾਹਰਨ ਲਈ ਬਹੁਤ ਕਰਦੇ ਆ। ਆਪ ਸਭ ਨੂੰ ਪਤਾ ਹੈ ਉਹਨਾਂ ਜੈਸਾ ਵਿਦਵਾਨ, ਭਾਈ ਨੰਦ ਲਾਲ ਜੀ ਵਰਗਾ ਵਿਦਵਾਨ, ਫਾਰਸੀ ਦਾ ਆਲਿਮ, ਤੇ ਮੈਂ ਕੱਲਾ ਆਲਿਮ ਨਹੀਂ ਨਾਲ ਫਾਜ਼ਲ ਵੀ ਕਹਾ ਕਿ ਉਹਨਾਂ ਉੱਤੇ ਗੁਰੂ ਦੀ ਬਖਸ਼ਿਸ਼ ਸੀ, ਫਜ਼ਲ ਸੀ ਗੁਰੂ ਦਾ। ਆਲਿਮ ਹੋਣਾ ਹੋਰ ਚੀਜ਼ ਹੈ ਤੇ ਫਾਜ਼ਲ ਰਹਿਮਤ ਮਿਲ ਜਾਣੀ। ਉਹ ਆਲਮ ਤਾਂ ਇੰਨੇ ਕਮਾਲ ਦੇ ਸਨ, ਇੰਨੇ ਵੱਡੇ ਵਿਦਵਾਨ ਸਨ ਕਿ ਔਰੰਗਜ਼ੇਬ ਦੇ ਦਰਬਾਰ ਵੀ ਜਦੋਂ ਕੁਰਾਨ ਦੀ ਐਤ ਦੇ ਅਰਥ ਹੁੰਦੇ ਆ, ਜਿਨ੍ਹਾਂ ਦੀ ਸਮਝ ਨਹੀਂ ਪੈਂਦੀ, ਇਹ ਸਾਰੇ ਵਿਦਵਾਨ ਮੰਨਦੇ ਆ। ਸਾਡੇ ਜਿਹੜੇ ਕਾਵਕ ਪੁਰਾਤਨ ਗ੍ਰੰਥ ਨੇ ਇਤਿਹਾਸ ਦੇ, ਉਹਦੇ ਵਿੱਚ ਇਹ ਲਿਖੇ ਜੇ ਕੁਰਾਨ ਦੀ ਐਤ ਦੇ ਅਰਥ ਹੁੰਦੇ ਆ ਤੇ ਭਾਈ ਨੰਦ ਲਾਲ ਸਾਹਿਬ ਕੋਲ ਬਹਾਦਰ ਸ਼ਾਹ ਪੜ੍ਹਦਾ, ਤੇ ਜਦੋਂ ਚਰਚਾ ਦੀ ਗੱਲ ਚੱਲਦੀ ਹੈ ਜਿਹੜੇ ਅਰਥ ਭਾਈ ਸਾਹਿਬ ਜੀ ਕਰ ਜਾਂਦੇ ਆ, ਉੱਥੇ ਬੈਠੇ ਵੱਡੇ ਵੱਡੇ ਇਸਲਾਮਿਕ ਵਿਦਵਾਨ ਵੀ ਨਹੀਂ ਕਰ ਸਕੇ। ਇਹ ਵੀ ਆਪ ਜੀ ਨੂੰ ਪਤਾ ਹੋਵੇ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਅੰਦਰ ਸਿੱਖੀ ਦੀ ਚੇਟਕ ਜਿਹੜੀ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੇ ਪ੍ਰਤੀ ਜਿਹੜੀ ਭਾਵਨਾ ਪੈਦਾ ਕੀਤੀ, ਉਹ ਇਹਨਾਂ ਦੀ ਘਰ ਵਾਲੀ, ਇਹਨਾਂ ਦੀ ਸੁਪਤਨੀ ਨੇ ਕੀਤੀ ਸੀ। ਉਹ ਸਿੱਖਾਂ ਦੀ ਬੇਟੀ ਸੀ। ਭਾਈ ਨੰਦ ਲਾਲ ਸਾਹਿਬ ਦਾ ਪਰਿਵਾਰ ਵੈਸ਼ਨਵ ਸੀ। ਇਹ ਗੱਲ ਦੇ ਵਿੱਚ ਜਿਹੜੀ ਬਕਾਇਦਾ ਉਹ ਚਿੰਨ੍ਹ ਧਾਰਨ ਕਰਦੇ ਹੁੰਦੇ ਸਨ, ਵੈਸ਼ਨਵ ਮਤ ਨਾਲ ਜੁੜੇ ਹੋਏ। ਪਰ
ਇਹਨਾਂ ਨੇ ਧਾਰਨ ਨਹੀਂ ਸੀ ਕੀਤਾ। ਭਾਈ ਸਾਹਿਬ ਦੇ ਜੀਵਨ ਤੇ ਉਹਨਾਂ ਦੇ ਘਰ ਵਾਲੀ ਦਾ ਬਹੁਤ ਅਸਰ ਪਿਆ। ਉਹ ਆਨੰਦਪੁਰ ਸਾਹਿਬ ਵੀ ਆਏ, ਉਹ ਅੰਮ੍ਰਿਤਸਰ ਵੀ ਆਏ। ਮੈਂ ਸੰਖੇਪ ਬੇਨਤੀ ਕਰਾਂ, ਉਹਦੇ ਵਰਗਾ ਕੋਈ ਆਲਮ ਨਹੀਂ। ਉਹ ਅਰਥ ਕਰਦੇ ਆ। ਅਖੀਰ ਤੇ ਜਦੋਂ ਹਕੂਮਤ ਦੀ ਮਤਸਵੀ ਨੀਤੀ ਤੋਂ ਬਚਣ ਲਈ ਭਾਈ ਸਾਹਿਬ ਆਨੰਦਪੁਰ ਸਾਹਿਬ ਆ ਗਏ। ਪਤਾ ਸੀ ਵੀ ਇਹੋ ਜਿਹਾ ਮਤਸਵੀ ਬਾਦਸ਼ਾਹ ਬਰਦਾਸ਼ਤ ਨਹੀਂ ਕਰੇਗਾ ਕਿ ਕਿਸੇ ਅਨਮਤ ਵਿੱਚ ਏਡਾ ਵੱਡਾ ਵਿਦਵਾਨ ਹੋਵੇ ਤੇ ਅੰਦਰੋਂ ਇੱਕੋ ਆਇਆ ਕੌਣ ਹੈ ਕਿ ਜਿਹੜਾ ਮੈਨੂੰ ਸੰਭਾਲ ਸਕੇਗਾ। ਉਸੇ ਵਕਤ ਉਹਨਾਂ ਦਾ ਧਿਆਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਗਿਆ। ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਇਹ ਤੁਰਦੇ ਆਗਰੇ ਤੋਂ ਤੇ ਇੱਕ ਗਿਆਸੂਦੀਨ ਦਰੋਗਾ ਗਿਆਸੂਦੀਨ ਚੱਲਦਾ ਹੈ। ਭਾਈ ਨੰਦ ਲਾਲ ਸਾਹਿਬ ਆਉਂਦੇ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਆ। ਆਪ ਸਭ ਨੂੰ ਪਤਾ ਇਹਨਾਂ ਨੇ ਇੱਕ ਪੁਸਤਕ ਲਿਖੀ ਬੰਦਗੀ ਨਾਮਾ, ਜਿਸ ਨੂੰ ਹਜ਼ੂਰ ਨੇ ਨਾਮ ਦਿੱਤਾ ਸੀ ਜ਼ਿੰਦਗੀ ਨਾਮਾ। ਪਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਵਿਦਵਾਨ ਕਿੱਡੇ ਵੱਡੇ ਨੇ, ਇਹਨਾਂ ਦੇ ਤੁੱਲ ਮੈਂ ਬੇਨਤੀ ਕਰਾਂ ਉਸ ਵਕਤ ਕੋਈ ਵਿਦਵਾਨ ਨਹੀਂ। ਤੇ ਇੱਥੋਂ ਤੱਕ ਮਹਿਸੂਸ ਨਾ ਕਰਿਓ ਸਿੱਖੋ, ਮੈਂ ਆਪਣੀ ਗੱਲ ਵੀ ਕਰਾਂ, ਅਸੀਂ ਪੰਜਾਬੀ 'ਚ ਬੋਲਨੇ ਆ ਲਫ਼ਜ਼ ਜੋ ਆਉਂਦਾ ਹੈ, ਪਰ ਭਾਈ ਨੰਦ ਲਾਲ ਸਾਹਿਬ ਤੋਂ ਬਾਅਦ ਅੱਜ ਤੱਕ ਭਾਈ ਨੰਦ ਲਾਲ ਸਾਹਿਬ ਜੀ ਦੇ ਤੁੱਲ ਕੋਈ ਫਾਰਸੀ ਦਾ ਵਿਦਵਾਨ ਨਹੀਂ ਹੋ ਸਕਿਆ। ਜਿਹੜਾ ਦਰਜਾ ਉਹਨਾਂ ਦਾ ਹੈ ਉਹ ਅੱਜ ਵੀ ਉਹਨਾਂ ਦਾ ਬਰਕਰਾਰ ਹੈ। ਭਾਈ ਨੰਦ ਲਾਲ ਸਾਹਿਬ ਆਉਂਦੇ ਆ, ਗੁਰੂ ਗੋਬਿੰਦ ਸਿੰਘ ਜੀ ਤੋਂ ਉਮਰ ਕਰਕੇ ਵੀ ਵੱਡੇ ਨੇ। ਧੰਨ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਮੁਖ ਦੇ ਸ਼ੈਦਾਈ ਨੇ ਫਿਦਾ ਹੁੰਦੇ ਪਏ ਨੇ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਉਹਨਾਂ ਦੀ ਰਚਨਾ ਦਾ ਇਹ ਸ਼ੇਰ ਕਿ ਦੀਨ ਦੁਨੀਆ ਦਰਕ ਮੰਦੇ ਆ ਪੂਰੀ ਰਖਸਾਰੇ ਮਾਂ ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਕਹਿੰਦੇ ਨੇ ਮੇਰੇ ਮਹਿਬੂਬ ਦੀ ਇੱਕ ਜ਼ੁਲਫ, ਮੇਰੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵਾਲ, ਇੱਕ ਤਾਰ, ਇੱਕ ਕੇਸ ਮੂਵੇ ਮੁਬਾਰਕ। ਕਹਿੰਦੇ ਦੋ ਜਹਾਨਾਂ ਦੇ ਸੁੱਖ ਮੇਰੇ ਯਾਰ ਦੀ ਇੱਕ ਜ਼ੁਲਫ ਦੇ ਵਿੱਚ ਨੇ ਵਾਹ ਵਾਹ ਕਮਾਲ ਕਰ ਦਿੱਤੀ ਭਾਈ ਸਾਹਿਬ ਨੇ। ਉਹਨਾਂ ਦੇ ਸ਼ਬਦ ਨੇ ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ ਮਾਂ ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਇਹਦਾ ਪੰਜਾਬੀ ਵਿੱਚ ਜੋ ਤਰਜਮਾ ਕੀਤਾ ਗਿਆ ਉਹ ਸੀ ਦੀਨ ਤੇ ਦੁਨੀਆ ਦੋਵੇਂ ਬੱਦੇ ਅੰਦਰ ਜ਼ੁਲਫ ਪਿਆਰੇ ਹੂ, ਇੱਕ ਇੱਕ ਵਾਲ ਮਾਹੀ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਤਰਜਮਾ ਕੀਤਾ ਗਿਆ। ਭਾਈ ਸਾਹਿਬ ਆਉਂਦੇ ਆ, ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਦਰ ਤੇ ਆ ਕੇ ਸੇਵਾ ਮੰਗਦੇ ਆ। ਸੇਵਾ ਕਾਹਦੀ ਮੰਗਦੇ ਆ? ਬੱਚੇ ਪੜ੍ਹਾਉਣ ਦੀ ਨਹੀਂ, ਫਾਰਸੀ ਦੀ ਤਾਲੀਮ ਦੇਣ ਦੀ ਨਹੀਂ, ਕਵੀਆਂ ਨੂੰ ਸਮਝਾਉਣ ਲਈ ਨਹੀਂ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਮੈਨੂੰ ਆਪਣੇ ਲੰਗਰ ਦੀ ਸੇਵਾ ਬਖਸ਼ ਦਿਓ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਮਨ ਨੂੰ ਹੀ ਸਮਝਾ ਰਿਹਾ ਮਨਾ, ਏਡਾ ਵੱਡਾ ਵਿਦਵਾਨ ਜਿਹਦੇ ਤੁਲ ਕੁਰਾਨ ਸੰਬੰਧੀ ਇੰਨੀ ਜਾਣਕਾਰੀ ਨਹੀਂ ਕੋਈ ਰੱਖਦਾ ਪਿਆ, ਤੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਹੁੰਦਾ ਹੈ ਇੰਨਾ ਮਹਾਨ ਵਿਦਵਾਨ ਲੰਗਰ ਦੀਆਂ ਲੱਕੜਾਂ ਪਾੜਦਾ ਹੈ, ਲੰਗਰ ਦੇ ਭਾਂਡੇ ਮਾਂਜਦਾ ਹੈ, ਆਪਣੇ ਹੱਥੀਂ ਆਟਾ ਗੁੰਨਦਾ ਹੈ, ਆਪਣੇ ਹੱਥੀਂ ਦੇਗਾਂ ਪਕਾਉਂਦਾ ਹੈ, ਆਪਣੇ ਹੱਥੀਂ ਸੱਚ ਇਹ ਵੇ ਲੰਗਰ ਵਰਤਾਉਂਦਾ ਹੈ। ਗੁਰਮੁਖੋ ਅਸਲੀਅਤ ਇਹ ਜੇ ਇਕੱਲੀ ਵਿਦਵਤਾ, ਇਕੱਲੀ ਸ਼ਬਦਾਵਲੀ, ਇਕੱਲੀ ਦੁਨੀਆ ਦੀ ਵਾਹ 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 ਬੰਦੇ ਨੂੰ ਡੋਬ ਕੇ ਰੱਖ ਜਾਂਦੀ ਏ। ਘਿਓ ਬੜਾ ਸ਼ਕਤੀ ਵਾਲਾ, ਘਿਓ 'ਚ ਬੜੀ ਤਾਕਤ ਹੈ। ਜੇ ਇਕੱਲਾ ਬੰਦਾ ਘਿਓ ਖਾਈ ਜਾਏ ਤਾਂ ਵੀ ਮਰ ਜਾਂਦਾ ਹੈ। ਜੇ ਘਿਓ ਖਾਣਾ ਹੈ ਤੇ ਨਾਲ ਵਰਜਿਸ਼ ਵੀ ਜ਼ਰੂਰੀ ਹੈ। ਜੇ ਵਿਦਵਤਾ ਹੈ, ਤਤ ਗਿਆਨ ਦੀਆਂ ਗੱਲਾਂ ਨੇ, ਉਹਦੇ ਵਿੱਚ ਗੁਰਸਿੱਖੀ ਅੰਦਰ ਸੇਵਾ ਦੀ ਬੜੀ ਵੱਡੀ ਮਹਾਨਤਾ ਹੈ। ਇੱਥੇ ਸੇਵਾ ਕੇਵਲ ਕਰਮ ਨਹੀਂ, ਕਰਮ ਤਾਂ ਚਲੋ ਹੈ ਵੀ ਜਿਵੇਂ ਕੋਈ ਭਾਂਡੇ ਮਾਂਜਦਾ ਹੈ, ਕੋਈ ਝਾੜੂ ਲਾਉਂਦਾ ਹੈ, ਕੋਈ ਲੰਗਰ ਪਕਾਉਂਦਾ ਹੈ, ਕੋਈ ਕਿਸੇ ਢੰਗ ਨਾਲ ਸੇਵਾ ਕਰਦਾ, ਕਰਮ ਤਾਂ ਹੈ। ਮੈਂ ਬੇਨਤੀ ਕਰਨਾ ਹੁੰਦਾ, ਸਿੱਖੀ ਵਿੱਚ ਕੇਵਲ ਕਰਮ ਨਹੀਂ, ਸਿੱਖੀ ਵਿੱਚ ਸੇਵਾ ਦਾ ਕਰਮ ਜਿਹੜਾ ਉਹ ਕਰੈਕਟਰ ਬਣ ਜਾਂਦਾ ਹੈ, ਉਹ ਆਚਰਣ ਬਣ ਜਾਂਦਾ ਹੈ। ਇੱਥੇ ਜਿਹੜਾ ਅੱਜ ਕੱਲ੍ਹ ਤਰਕ ਦਾ ਚੱਲਦਾ ਪਿਆ ਨਾ ਜ਼ਮਾਨਾ, ਲਓ ਜੀ ਭਾਂਡੇ ਮਾਂਜ ਲਓ, ਰੈਸਟੋਰੈਂਟਾਂ 'ਚ ਵੀ ਲੋਕੀ ਭਾਂਡੇ ਮਾਂਜੀ ਜਾਂਦੇ ਆ, ਬੂਟ ਸਾਫ਼ ਕਰਦੇ ਪਏ ਉਹ ਜੋੜੇ ਖਾਨੇ 'ਚ। ਦੇਖੋ ਜੀ ਬੂਟਾਂ ਦੇ ਮਾਲ ਵਿੱਚ ਲੋਕੀ ਆਪਣੀਆਂ ਸ਼ੋਪਾਂ 'ਤੇ ਵੀ ਕੰਮ ਕਰਦੇ ਪਏ ਆ।
ਤੁਸੀਂ ਝਾੜੂ ਦੀ ਗੱਲ ਕਰਦੇ ਹੋ, ਜਮਾਦਾਰ ਵੀ ਲਾਈ ਜਾਂਦੇ ਆ। ਤੇ ਜਿਨ੍ਹਾਂ ਬੰਦਿਆਂ ਨੂੰ ਅੰਦਰ ਦੇ ਰਸ ਦਾ ਪਤਾ ਹੀ ਨਹੀਂ, ਉਹ ਇੱਕਦਮ ਬੱਲੇ ਬੱਲੇ ਬੱਲੇ, ਮੈਂ ਤਾਂ ਸੁਣੀ ਹੋਣੇ, ਆਹ ਤਾਂ ਨਵੀਂ ਗੱਲ ਕੀਤੀ, ਇੰਨਾ ਲੋਜ਼ਕ, ਇੰਨਾ ਤਰਕ। ਮੈਂ ਇੱਕ ਬੇਨਤੀ ਕਰਾਂਗਾ, ਉਹ ਪਿਆਰਿਓ ਸਮਝੋ ਇਸ ਬੇਨਤੀ ਨੂੰ। ਇਹ ਕਹਿਣਾ ਵੀ ਪਾਣੀ ਤਾਂ ਝੂਰ ਵੀ ਭਰਦੇ ਸਨ। ਪੁਰਾਣੇ ਸਮੇਂ ਝੂਰ ਜਿਹੜੇ ਸਨ, ਲੋਕਾਂ ਦੇ ਘਰਾਂ 'ਚ ਗਾਗਰਾਂ ਨਾਲ, ਘੜਿਆਂ ਨਾਲ ਪਾਣੀ ਭਰਦੇ ਸਨ। ਤੇ ਕਈ ਕਈ ਪੁਸ਼ਤਾਂ ਉਹਨਾਂ ਦਾ ਕੀਤਾ ਇਹ ਸੀ। ਜੇ ਪਿਓ ਸੀ ਤੇ ਪੁੱਤਰ ਅਗਾਂ ਉਹ ਕੰਮ ਨੂੰ, ਉਹਨਾਂ ਘਰਾਂ 'ਚ ਪੁੱਤਰ ਪਾਣੀ ਭਰਨ ਲੱਗ ਪਿਆ, ਪੁੱਤਰ ਤੋਂ ਬਾਅਦ ਪੋਤਾ ਭਰਨ ਲੱਗ ਪਿਆ। ਪਾਣੀ ਭਰਨ ਦਾ ਕਰਮ ਜ਼ਰੂਰ ਸੀ, ਪਰ ਰੂਹਾਨੀ ਕਰੈਕਟਰ ਨਹੀਂ ਸੀ ਵਿੱਚੋਂ ਨਿਕਲਦਾ। ਲੋਕ ਵੀ ਗਾਗਰਾਂ, ਘੜੇ, ਮਟਕੇ ਢੋਂਦੇ ਸਨ। ਪਰ 12 ਸਾਲ ਬਾਬਾ ਅਮਰਦਾਸ ਨੇ, ਧੰਨ ਗੁਰੂ ਅਮਰਦਾਸ ਬਣੇ, 12 ਸਾਲ ਗਾਗਰ ਢੋਈ। ਉਹ 12 ਸਾਲ ਦੀ ਗਾਗਰ ਨੂੰ ਇੱਕ ਝੂਰ ਦੀ ਗਾਗਰ ਨਾਲ ਮਤ ਤੁਲਨਾ ਦੇਣੀ, ਕਿਉਂਕਿ ਉਸ ਗਾਗਰ ਦੇ ਕਰਮ ਵਿੱਚੋਂ ਧੰਨ ਗੁਰੂ ਅਮਰਦਾਸ ਦਾ ਅਧਿਆਤਮਿਕ ਜੀਵਨ ਪੈਦਾ ਹੋਇਆ ਹੈ। ਸਿੱਖੀ 'ਚ ਮੈਂ ਫਿਰ ਅਰਜ਼ ਕਰਾਂਗਾ, ਸੇਵਾ ਕੇਵਲ ਕਰਮ ਨਹੀਂ, ਕਰਮ ਹੈ ਬਾਹਰਮੁਖੀ, ਪਰ ਇਹਦੇ ਅੰਦਰੋਂ ਇੱਕ ਰੂਹਾਨੀ ਜੀਵਨ ਨਿਕਲਦਾ ਹੈ। ਇਸੇ ਨੂੰ ਗੁਰੂ ਨੇ ਬਾਣੀ ਵਿੱਚ ਕਿਹਾ, ਪਾਛੰ ਕਰੋਤ ਅਗਿਰਨਿਵੈ ਨਿਰਾਸੰਗ ਆਸ ਪੂਰਨੈ ਨਿਰਦਨ ਭਇੰਗ ਤਨਵੰਤੈ ਰੋਗੀਅੰਗ ਰੋਗ ਖੰਡਨੈ। ਇਹ ਸਾਰੀ ਸੇਵਾ ਵਿੱਚੋਂ ਉਹਨੇ ਏਡਾ ਵੱਡਾ ਵਿਦਵਾਨ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਲੰਗਰ ਦੀ ਸੇਵਾ ਮੰਗ ਰਿਹਾ। ਉਸ ਵਕਤ ਵੱਖ-ਵੱਖ ਸਿੱਖ ਲੰਗਰ ਤਿਆਰ ਕਰਦੇ ਸਨ। ਲੰਗਰ ਦੀ ਬੜੀ ਵੱਡੀ ਮਹਾਨਤਾ ਹੈ ਗੁਰੂ ਘਰ 'ਚ। ਅੱਜ ਵੀ ਅਸੀਂ ਦੇਖਣੇ ਪਏ ਹਾਂ ਕਿ ਬੜੀ ਵੱਡੀ ਲੰਗਰ ਦੀ ਸੇਵਾ ਸਿੱਖ ਜਗਤ ਨੇ ਕੀਤੀ ਹੈ। ਭਾਵਾਂ ਕਿ ਸੁਣਨ ਨੂੰ ਹੀ ਮਿਲਦਾ, ਤੁਸੀਂ ਇਹਨਾਂ ਨੂੰ ਖਵਾਉਂਦੇ ਹੋ, ਇਹ ਤੁਹਾਨੂੰ ਕੀ ਦਿੰਦੇ ਆ। ਯਾਦ ਰੱਖਿਓ, ਸਿੱਖ ਆਪਣੇ ਗੁਰੂ ਵੱਲ ਦੇਖ ਕੇ ਕਰਮ ਕਰਦਾ, ਉਹ ਲੋਕਾਂ ਦਾ ਕੀ ਰਿਸਪੌਂਸ ਹੈ ਉਹਦੇ ਵੱਲ ਨਹੀਂ ਜ਼ਿਆਦਾ ਦੇਖਦਾ। ਉਹ ਕਹਿੰਦਾ ਮੇਰਾ ਗੁਰੂ ਕੀ ਕਹਿੰਦਾ, ਮੇਰੇ ਸਤਿਗੁਰੂ ਕੀ ਕਹਿੰਦੇ ਆ। ਭਾਈ ਸਾਹਿਬ ਲੰਗਰ ਸੇਵਾ ਕਰ ਰਹੇ ਆ। ਅੱਜ ਸ਼ਾਮ ਦਾ ਵੇਲਾ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਤਨ ਦਾ ਲਿਬਾਸ ਭੇਸ ਬਦਲ ਦਿੱਤਾ। ਹਜ਼ੂਰ ਨੇ ਸਾਧੂਆਂ ਵਾਲੀ ਗਿਲਟੀ ਬੰਨ੍ਹ ਲਈ, ਹੱਥ ਵਿੱਚ ਖੱਪਰ ਪਕੜ ਲਿਆ, ਤੇ ਰਾਤ ਵੇਲੇ ਜਦੋਂ ਲੰਗਰ ਪੱਕ ਰਹੇ ਸਨ, ਹਰ ਇੱਕ ਲੰਗਰ ਦੇ ਕੋਲ ਗਏ, ਲੰਗਰੀ ਨੂੰ ਆਵਾਜ਼ ਦਿੱਤੀ, ਭਾਈ ਭੁੱਖ ਲੱਗੀ, ਅਤਿਥੀ ਹਾਂ, ਭੁੱਖ ਲੱਗੀ ਹੈ, ਖਾਣ ਨੂੰ ਦੇ ਦੇ। ਇਹ ਵੀ ਸ਼ਬਦ ਬੜੇ ਕਮਾਲ ਦਾ ਹੈ, ਅਤਿਥੀ ਤੇ ਬਟਾਊ। ਬਾਣੀ 'ਚ ਬਟਾਊ, ਅਤਿਥੀ ਦਾ ਅਰਥ ਮੈਂ ਕਹਿੰਦਾ ਇਹ ਬੜਾ ਢੁਕੇਗਾ। ਹੁਣ ਤਾਂ ਫੋਨ ਕਰਕੇ ਆਉਂਦੇ, ਅਗਲੇ ਕਹਿ ਵੀ ਦਿੰਦੇ ਆ ਮੇਰੇ ਘਰ ਆਉਣਾ ਹੈ ਤੇ ਮੈਨੂੰ ਫੋਨ ਕਰਕੇ ਆਇਓ, ਫੋਨ ਤੋਂ ਬਿਨਾਂ ਨਾ ਆਇਓ। ਇਸ ਤਰ੍ਹਾਂ ਹੁੰਦਾ, ਪੁੱਛਨੇ ਆਪਾਂ ਆਈਏ ਕਿ ਨਾ ਜੀ। ਅਤਿਥੀ ਦਾ ਅਰਥ ਹੈ ਜਿਹੜਾ ਥਿਤ ਦੱਸਣ ਤੋਂ ਬਿਨਾਂ, ਤਰੀਕ ਦੱਸਣ ਤੋਂ ਬਿਨਾਂ ਹੀ ਆ ਜਾਂਦਾ ਹੈ। ਬਟਾਊ ਦਾ ਅਰਥ ਹੈ ਜਿਹੜਾ ਆਇਆ, ਇਹ ਬਾਟ ਵਿੱਚ, ਇਹ ਰਸਤੇ ਵਿੱਚ, ਜੇ ਤੁਹਾਡੇ ਕੋਲ 2 ਰਾਤਾਂ ਰਹਿ ਗਏ, ਇਹ ਬਟਾਊ ਹੈ, ਇਹਨੇ ਸਦਾ ਨਹੀਂ ਇੱਥੇ ਰਹਿਣਾ। ਮਹਾਰਾਜ ਨੇ ਕਹਿੰਦੇ ਚਲੇ ਸੇ ਕਰਕੇ ਗਿਆ, ਬਟਾਊ ਸੋ ਜੋ ਲਾਵੇ ਨੇ, ਉਹ ਰਸਤੇ 'ਚ। ਮਹਾਰਾਜ ਨੇ ਇਹ ਸ਼ਬਦ ਵਰਤਿਆ ਕਿ ਭੁੱਖ ਲੱਗੀ ਅਤਿਥੀ ਖਾਂ। ਕਿਸੇ ਨੇ ਕਿਹਾ ਅਜੇ ਵੇਲਾ ਨਹੀਂ, ਕਿਸੇ ਨੇ ਕਿਹਾ ਲੰਗਰ ਪੱਕਾ ਨਹੀਂ, ਕਿਸੇ ਨੇ ਕਿਹਾ ਥੋੜ੍ਹਾ ਜਿਹਾ ਰੁਕ ਜਾਓ। ਜਦੋਂ ਭਾਈ ਨੰਦ ਲਾਲ ਸਾਹਿਬ ਜੀ ਕੋਲ ਹਜ਼ੂਰ ਜਾਂਦੇ ਆ ਤੇ ਭਾਈ ਸਾਹਿਬ ਉਸ ਵੇਲੇ ਆਟਾ ਗੁੰਨਦੇ ਪਏ ਆ। ਇਹ ਵੇਖੋ, ਮੈਂ ਬੇਨਤੀ ਕਰਾਂ, ਅੱਜ ਵੀ ਗੁਰਸਿੱਖੋ, ਜੇ ਆਪਾਂ ਬੋਲਣ ਵਾਲੇ, ਮੈਂ ਇਹ ਨਹੀਂ ਕਿ ਤੁਹਾਨੂੰ ਨਸੀਹਤ ਦੇ ਰਿਹਾ, ਪ੍ਰਚਾਰਕ ਵੀ ਅੱਜ ਤਾਂ 1-2 ਚੜ੍ਹਾਉਂਦੀਆਂ ਨੇ, ਕਿਹੜਾ ਕਿਸੇ ਨੂੰ ਰੋਕਣ ਵਾਲਾ ਹੈ ਜੀ। ਪਰ ਮੇਰੀ ਬੇਨਤੀ, ਜੇ ਕਿਤੇ ਆਪਾਂ ਸਮਾਂ ਮਿਲੇ ਹਰਿਮੰਦਰ ਸਾਹਿਬ ਦੇ ਭਾਂਡਿਆਂ 'ਚ ਜਾਂ ਅੰਮ੍ਰਿਤ ਵੇਲੇ ਕਿਸੇ ਗੁਰੂ ਘਰ, ਕਿਸੇ ਜਗ੍ਹਾ 'ਤੇ ਜੇ ਕਿਤੇ ਹੱਥੀਂ ਸੇਵਾ ਕਰਦੇ ਨਾਲ ਨਾਲ ਗੁਰੂ ਜਪਣ ਲੱਗ ਪਈਏ ਨਾ, ਯਾਦ ਰੱਖਿਓ ਗੁਰੂ ਅੰਦਰ ਨੂੰ ਰਸ ਨਾਲ ਭਰਪੂਰ ਕਰਕੇ ਰੱਖ ਦੇਗਾ। ਭਾਈ ਸਾਹਿਬ ਉਸ ਵਕਤ ਆਟਾ ਗੁੰਨ ਰਹੇ ਸਨ ਤੇ ਜਦੋਂ ਹਜ਼ੂਰ ਨੇ ਆਵਾਜ਼ ਦਿੱਤੀ ਵੀ ਭੁੱਖ ਲੱਗੀ, ਕੋਈ ਛਕਣ ਨੂੰ ਦੇ, ਭਿੱਜੇ ਕੋਈ ਆਟੇ ਨਾਲ ਲਿਬੜੇ ਹੋਏ ਹੱਥ ਆ ਗਏ। ਕਹਿਣ ਲੱਗੇ ਜੀ ਅਜੇ ਦਾਲ ਰੱਖੀ ਹੈ, ਭਿੱਜੀ ਹੈ, ਚੁੱਲ੍ਹੇ 'ਤੇ ਰੱਖ ਦਿੱਤੀ, ਪਤੀਲੇ ਦੇਗ 'ਚ ਪਾ ਕੇ, ਆਟਾ ਮੈਂ ਗੁੰਨਣਾ ਪਿਆ, ਤੇ ਥੋੜ੍ਹਾ ਜਿਹਾ ਜੇ ਰੁਕ ਜਾਓ ਤੇ ਮੈਂ ਹੁਣੇ ਤਿਆਰ ਕਰ ਦੇਣਾ। ਤੇ ਉਸੇ ਵਕਤ ਹਜ਼ੂਰ ਨੇ ਕਿਹਾ ਨਹੀਂ ਨਹੀਂ, ਅਸੀਂ ਇਹ ਜਲਦੀ 'ਚ ਹਾਂ। ਪਰ ਉਹ ਪਹਿਚਾਣ ਨਹੀਂ ਸਕੇ ਭਾਈ ਸਾਹਿਬ, ਭੇਖ ਇਹੋ ਜਿਹਾ ਮਾਰੇ ਨੇ ਬਣਾਇਆ ਵੀ ਅਸੀਂ ਜਲਦੀ 'ਚ ਹਾਂ, ਅਸੀਂ ਜਾਣਾ। ਚਲੋ ਕੋਈ ਗੱਲ ਨਹੀਂ, ਜੇ ਨਹੀਂ ਤਿਆਰ ਤੇ ਰਹਿਣ ਦਿਓ। ਅੰਦਰ ਅੱਗੇ ਖੜੇ ਹੋ ਗਏ ਮਹਾਰਾਜ ਦੇ,
ਤੇ ਕਹਿੰਦੇ ਨੇ ਹੱਥ ਜੋੜ ਕੇ ਅੱਖਾਂ ਭਰ ਕੇ ਕਹਿੰਦੇ ਆ, ਜੇ ਤੁਸੀਂ ਅੱਜ ਬਿਨਾਂ ਪ੍ਰਸ਼ਾਦੇ ਤੋਂ ਸ਼ੱਕ ਚਲੇ ਗਏ ਤੇ ਮੇਰਾ ਗੁਰੂ ਗੋਬਿੰਦ ਸਿੰਘ ਚਲਾ ਜਾਏਗਾ। ਦੇਖੋ ਹਾਲਾਂ ਮਹਾਰਾਜ ਨੇ ਭੇਖ ਹੋਰ ਕੀਤਾ, ਤੁਸੀਂ ਚਲੇ ਗਏ ਤੇ ਮੇਰੀ ਸੇਵਾ ਸਫਲ ਨਹੀਂ ਹੋਣੀ। ਜੇ ਅਟਕ ਸਕਦੇ ਹੋ ਠੀਕ, ਜੇ ਨਹੀਂ ਅਟ ਸਕਦੇ, ਜੋ ਕੱਚਾ ਪੱਕਾ ਹੈ ਤੁਸੀਂ ਸਵੀਕਾਰ ਕਰੋ, ਪਰ ਖਾਲੀ ਨਾ ਜਾਇਓ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਲੰਗਰ ਚੋਂ ਕਦੀ ਕੋਈ ਖਾਲੀ ਨਹੀਂ ਗਿਆ। ਦੂਜੇ ਦਿਨ ਹਜ਼ੂਰ ਨੇ ਆਪਣੇ ਦਰਬਾਰ 'ਚ ਬੁਲਾਇਆ ਭਾਈ ਸਾਹਿਬ ਨੂੰ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ, ਉਹਨਾਂ ਨੂੰ ਕਿਹਾ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਨੂੰ ਬੁਲਾਇਆ। ਮੈਂ ਬੇਨਤੀ ਕੀਤੀ ਉਮਰ ਕਰਕੇ ਵੱਡੇ, ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਦੇ ਤਾਂ ਭਾਈ ਨੰਦ ਲਾਲ ਦੇ ਆਪਣੇ ਬੱਚੇ ਨੇ, ਬੇਟੇ ਨੇ, ਇੰਨੀ ਵਡੇਰੀ ਉਮਰ ਦੇ ਸਨ, ਮਹਾਰਾਜ ਤੋਂ ਵੱਡੇ ਨੇ। ਪਰ ਜਦੋਂ ਕਿਤੇ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਂਦੇ ਆ ਨਾ, ਉਹਨਾਂ ਦੇ ਗੰਜਨਾਮੇ ਜਦੋਂ ਪੜ੍ਹਨੇ ਆ, ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ, ਜਿਹਨੂੰ ਅਸੀਂ ਕਰਤਾ ਪੁਰਖ ਕਹਿੰਦੇ ਆ ਮੂਲ ਮੰਤਰ 'ਚ, ਜਿਹਨੂੰ ਗੁਰਬਾਣੀ ਕਹਿੰਦੀ ਹੈ ਗੁਰ ਕਰਤਾ ਗੁਰ ਕਰਨਾ ਜੋਗ, ਉਹਨੂੰ ਭਾਈ ਨੰਦ ਲਾਲ ਸਾਹਿਬ ਫਾਰਸੀ 'ਚ ਕਹਿੰਦਾ ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ। ਹਰ ਕਾਰ ਦੇ ਕਰਤੇ ਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ। ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ, ਬਸ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਬੁਲਾਇਆ ਗਿਆ ਭਾਈ ਨੰਦ ਲਾਲ ਸਾਹਿਬ ਜੀ, ਮੋਢੇ ਦੇ ਉੱਤੇ ਕੱਪੜਾ ਰੱਖਿਆ, ਕਿਉਂਕਿ ਲੰਗਰ ਸੇਵਾ ਕਰ ਰਹੇ ਸਨ। ਕੱਪੜੇ ਉਸ ਤਰ੍ਹਾਂ ਹੀ ਜਿਹੜੇ ਲਾਂਗਰੀਆਂ ਦੇ ਹੁੰਦੇ ਨੇ ਉਸ ਤਰ੍ਹਾਂ ਹੀ ਭਰੇ, ਕੋਈ ਕਿਤੇ ਕਾਲਖ ਲੱਗੀ, ਕਿਤੇ ਆਟਾ ਲੱਗਾ, ਕਿਤੇ ਹਲਦੀ ਲੱਗੀ। ਵੇਖੋ ਏਡਾ ਵੱਡਾ ਵਿਦਵਾਨ ਮਹਾਰਾਜ ਬੈਠੇ ਆ। ਭਾਈ ਨੰਦ ਲਾਲ ਸਾਹਿਬ ਦਰਬਾਰ 'ਚ ਆ ਗਏ, ਸਤਿਗੁਰੂ ਉਤਰਦੇ ਆ ਸਿੰਘਾਸਨ ਤੋਂ ਤੇ ਭਰੀ ਸੰਗਤ 'ਚ ਕਹਿੰਦੇ ਆ, ਨੰਦ ਲਾਲ ਤੇਰੀ ਸੇਵਾ ਗੁਰੂ ਘਰ ਸਵੀਕਾਰ ਹੋ ਗਈ। ਰਾਤ ਦੀ ਸਾਰੀ ਦਾਸਤਾਨ ਦੱਸਦੇ ਆ, ਤੇ ਫਿਰ ਉੱਥੇ ਜਿਹੜੇ ਸ਼ਬਦ ਕਹਿ ਸਾਡੇ ਤਵਾਰੀਖੀ ਗ੍ਰੰਥ ਵਿੱਚ ਨੇ, ਭਰੇ ਦਰਬਾਰ 'ਚ ਕਿਹਾ, ਨੰਦ ਲਾਲ ਪੋਖ ਅਮਰੋ ਦਾਤਾ। ਨੰਦ ਲਾਲ ਸਾਡੇ ਘਰ ਦਾ ਦਾਤਾ, ਇਹਦਾ ਅੰਦਰ ਬੜਾ ਦਿਆਲੂ ਹੈ। ਨੰਦ ਲਾਲ ਪੋਖ ਅਮਰੋ ਦਾਤਾ, ਭਗਤ ਭਾਓ ਸੰਤਨ ਮਨ ਰਾਤਾ। ਇਹਦਾ ਅੰਦਰ ਪ੍ਰੇਮਾ ਭਗਤੀ 'ਚ ਭਿੱਜਿਆ, ਇਕੱਲਾ ਵਿਦਵਾਨ ਨਹੀਂ। ਭਗਤ ਭਾਓ ਪ੍ਰੇਮਾ ਭਗਤੀ 'ਚ ਭਿੱਜਿਆ, ਸੰਤਨ ਮਨ ਰਾਤਾ, ਇਬਾਦਤ ਕਰਨ ਵਾਲਿਆਂ ਦੀ ਸੇਵਾ ਵੀ ਤਤਪਰ ਹੈ। ਨੰਦ ਲਾਲ ਭੁਖ ਅਮਰੋ ਦਾਤਾ, ਭਗਤਨ ਭਾਵ ਸੰਤਨ ਮਨ ਰਾਤਾ। ਸ਼ੁੱਧਤ ਨਾ ਦੇਖ ਸਕੈ ਚਿਤ ਭਾਰੋ, ਦੇਗ ਦੇਗ ਕਰਨ ਮੈਂ ਸੋਈ ਮਮ ਪਿਆਰੋ। ਦੇਗ ਵਿੱਚ ਲੰਗਰ ਵਿੱਚ ਸਭ ਤੋਂ ਵੱਧ ਪਿਆਰਾ ਇਹ ਵੇ ਜਿਹੜਾ ਏਡੀ ਭਾਵਨਾ ਸਹਿਤ ਲੰਗਰ ਕਰ ਰਿਹਾ। ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ, ਹੁਣ ਦੇਖੋ ਉਹ ਫਿਰ ਗੁਰੂ, ਇਹ ਤਾਂ ਭਾਈ ਸਾਹਿਬ ਦੀ ਬਾਣੀ ਹੈ, ਵਿਚਾਰ ਚੱਲ ਰਹੀ ਹੈ। ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤਨੀ ਨਿਤ, ਨਾਨਕ ਇਹ ਬਿਦ ਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜਿੱਥੇ ਸਿਫਤ ਕਰਦੇ ਆ, ਉਹਨਾਂ ਦੇ ਦੋ ਜਿਹੜੇ ਇਹ ਬਚਨ ਨੇ, ਖਾਸ ਕਰਕੇ ਲੋਕ ਆਲਿਮ ਫਾਜ਼ਿਲ ਵਿਦਵਾਨ ਕਹਿੰਦੇ ਆ। ਭਾਈ ਸਾਹਿਬ ਕਹਿੰਦੇ ਆ, ਨਹੀਂ ਸਤਿਗੁਰੂ ਮੇਰਾ ਨਾਮ ਨੰਦ ਲਾਲ, ਲਾਲ ਸ਼ਬਦ ਵਰਤਦੇ ਆ, ਮੈਂ ਤੇਰੇ ਦਰ ਦਾ ਗੁਲਾਮ ਹਾਂ। ਇਕੱਲਾ ਗੁਲਾਮ ਨਹੀਂ, ਮੈਂ ਤੇਰੇ ਦਰ ਦਾ ਸਗ ਹਾਂ, ਤੇਰੇ ਦਰ ਦਾ ਕੁੱਤਾ ਹਾਂ। ਤੇ ਇੱਥੇ ਬਸ ਨਹੀਂ ਪਿਆਰਿਓ, ਕੁਰਬਾਨ ਜਾਵਾਂ ਇਸ ਗੁਰਮੁਖ ਦੀ ਨਿਮਰਤਾ ਤੋਂ। ਕਹਿੰਦੇ ਨੇ ਕੇਵਲ ਕੁੱਤਾ ਨਹੀਂ, ਮੈਂ ਤੇਰੇ ਕੁੱਤਿਆਂ ਤੋਂ ਵੀ ਨੀਵਾਂ ਹਾਂ। ਮੈਂ ਤੇਰੇ ਦਰ ਦੇ ਉੱਤੇ ਡਿੱਗੇ ਹੋਏ ਰੋਟੀ ਦੇ ਨਿੱਕੇ ਨਿੱਕੇ ਰੇਜ਼ੇ ਭੋਰੇ ਟੁਕੜੇ ਚੁੰਨ ਵਾਲਾ। ਭਾਈ ਸਾਹਿਬ ਨੇ ਦੇਖੋ ਵਫਾਦਾਰੀ ਲਈ ਸ਼ਬਦ ਵਰਤਿਆ, ਲਾਲ ਸਗ ਇਹ ਗੁਲਾਮ ਗੁਰੂ ਗੋਬਿੰਦ ਸਿੰਘ। ਲਾਲ ਸਗ ਇਹ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ। ਮਾਲਕ ਮੈਂ ਤੇਰੇ ਦਰ ਦਾ ਕੂਕਰ ਹਾਂ, ਸਗ ਹਾਂ, ਤੇਰੀ ਨਿਸ਼ਾਨੀ ਹੈ ਮੇਰੇ ਕੋਲ। ਇੱਥੋਂ ਤੱਕ ਉਹਨਾਂ ਦਾ ਇੱਕ ਬਚਨ ਹੈ ਭਾਈ ਸਾਹਿਬ ਦਾ, ਦੀਦਾ ਅਮਰਾ ਲਜ਼ ਤੇ ਦੀਦਾਰ ਬਖਸ਼, ਸੀਨਾ ਅਮਰਾ ਮਕਸ਼ ਨੇ ਇਸਰਾਰ ਬਖਸ਼। ਈਂ ਦਿਲੇ ਬਰਿਆਨੇ ਮਾਰਾ ਸ਼ੌਕ ਦੇ ਦਰ, ਗੋਲਿਉਮ ਬੰਦਗੀ ਰਾ ਤੌਕ ਦੇ। ਮੇਰੇ ਗਲੇ ਵਿੱਚ ਆਪਣੀ ਇਬਾਦਤ ਦਾ ਪਟਾ ਪਾ ਦੇ, ਮੇਰੇ ਮੱਥੇ ਤੇ ਨਿਸ਼ਾਨੀ ਹੈ, ਮੈਂ ਤੇਰਾ ਦਾਗਿਆ ਹੋਇਆ ਵਾਂ। ਇਹ ਸਭ ਨੂੰ ਪਤਾ ਹੈ ਕਿ ਨੰਦ ਲਾਲ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪਟਾ ਗਲ 'ਚ ਪਾ ਕੇ ਤੁਰਿਆ ਫਿਰਦਾ, ਇਹ ਉਹਦਾ ਹੈ। ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ। ਅੱਗੇ ਭਾਈ ਸਾਹਿਬ ਕਹਿੰਦੇ ਨੇ, ਕਮੰਤਰੀਨ ਚੇ ਸੈਗਾਨ ਗੁਰੂ ਗੋਬਿੰਦ ਸਿੰਘ, ਸੱਗ ਦਾ ਬਹੁਵਚਨ।
मैं कमतरीन जे सैगान गुरु गोबिंद सिंह, ਜਿਹੜੇ ਤੇਰੇ ਦਰ ਦੇ ਕੂਕਰ ਨੇ, ਮੈਂ ਉਹਨਾਂ ਤੋਂ ਵੀ ਨੀਵਾਂ ਹਾਂ। ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਤੇਰੇ ਦਰ ਦੇ ਉੱਤੇ ਜਿਹੜੇ ਤੇਰੇ ਭੋਜਨ ਵਾਲੇ ਪਏ ਨੇ ਟੁਕੜੇ, ਮੈਂ ਸੱਚ ਇਹੋ ਦਸਤਰਖਾਨ ਤੋਂ ਨਿੱਕੇ ਨਿੱਕੇ ਟੁਕੜੇ ਚੋਕੇ ਖਾਣ ਵਾਲਾ। ਮੈਂ ਆਪ ਨੂੰ ਬੇਨਤੀ ਕਰਾਂ, ਕੁੱਤਾ ਕਦੀ ਮਾਲਕ ਦਾ ਦਰ ਨਹੀਂ ਛੱਡਦਾ, ਜੋ ਮਰਜ਼ੀ ਹੋ ਜਾਏ। ਇੱਥੇ ਸਤਿਗੁਰੂ ਦੇ ਇਸ ਰਮਜ ਨੂੰ ਸਮਝੀ। ਇੱਕ ਪੱਖ ਤਾਂ ਇਹ ਹੋ ਗਿਆ ਕਿ ਸੁਆਮੀ ਕੋ ਗ੍ਰਿਹ ਜਿਉ ਸਦਾ ਸਵਾਨ ਤਜਤ ਨਿਤ। ਅੱਗੇ ਇਹਦੇ 'ਚ ਹੋਰ ਬਰੀਕੀ ਇੱਕ ਤਾਂ ਤਨ ਕਰਕੇ ਹੋ ਗਿਆ ਵੀ ਕੁੱਤਾ ਮਾਲਕ ਦੇ ਬੂਹੇ ਤੇ ਬੈਠਾ, ਮਾਲਕ ਝਿੜਕੇ ਵੀ, ਮਾਲਕ ਮਾਰੇ ਵੀ, ਤਾਂ ਵੀ ਨਹੀਂ ਉਹਦੇ ਦਰ ਤੋਂ ਜਾਂਦਾ। ਅੱਗੇ ਗੁਰੂ ਸਾਹਿਬ ਕਹਿੰਦੇ ਨਾਨਕ ਇਹ ਬਿਦਹਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਥੇ ਤਨ ਦਾ ਜ਼ਿਕਰ ਨਹੀਂ ਕੀਤਾ। ਇੱਥੇ ਮਹਾਰਾਜ ਨੇ ਇੰਨੀ ਬਰੀਕੀ 'ਚ ਕਿਹਾ ਕਿ ਕੁੱਤਾ ਬੈਠਾ ਹੈ ਆਪਣੇ ਮਾਲਕ ਦੇ ਬੂਹੇ ਤੇ, ਉਹ ਪਿਆਰਿਓ ਜਿਵੇਂ ਕੁੱਤੇ ਦਾ ਅੰਦਰ ਉਹਦਾ ਮਨ, ਉਹਦਾ ਅੰਦਰ ਆਪਣੇ ਮਾਲਕ ਦੇ ਪ੍ਰਤੀ ਵਫਾਦਾਰ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਇਬਾਦਤ ਕਰੋ ਇੱਕ ਮਨ ਇੱਕ ਚਿੱਤ ਹੋ ਕੇ। ਇਹਦਾ ਮਤਲਬ ਫਿਰ ਬੇਨਤੀ ਸੁਣਿਓ, ਜੇ ਚਿੱਤ ਜਿਵੇਂ ਕੁੱਤਾ ਗਵਾਂਢੀ ਵੱਲ ਨਹੀਂ ਦੇਖਦਾ, ਕੁੱਤਾ ਮਾਲਕ ਤੋਂ ਬਿਨਾਂ ਦੂਜੇ ਦੇ ਦਰ ਤੇ ਨਹੀਂ ਦੇਖਦਾ, ਤੇ ਇੱਥੇ ਗੁਰੂ ਜੀ ਨੇ ਅੰਦਰੂਨੀ ਤੌਰ ਤੇ ਕਿਹਾ ਇੱਕ ਮਨ ਹੋਏ ਇੱਕ ਚਿੱਤ। ਜਦੋਂ ਤੂੰ ਸਿਮਰਨ ਕਰੇ ਤੇ ਜੇ ਤੇਰਾ ਸਿਮਰਨ, ਜੇ ਤੇਰੀ ਬੰਦਗੀ ਕਰਦਿਆਂ ਫੁਰਨਾ ਦੂਜੇ ਵੱਲ ਚਲਾ ਗਿਆ ਤੇ ਚੇਤੇ ਰੱਖੀ ਤੂੰ ਕੁੱਤੇ ਦੀ ਤਰ੍ਹਾਂ ਵਫਾਦਾਰ ਨਹੀਂ। ਇਸ ਬੇਨਤੀ ਨੂੰ ਫਿਰ ਮੈਂ ਦੁਹਰਾਵਾਂਗਾ, ਕਿਉਂਕਿ ਮੈਂ ਇਕੱਲੇ ਤਨ ਦੇ ਅਰਥ ਨਹੀਂ ਕਰ ਰਿਹਾ। ਇਹ ਅਰਥ ਕੀਤੇ ਨੇ ਹਮ ਕੂਕਰ ਤੇਰੇ ਦਰਬਾਰ, ਤੇਰੀ ਖਾਤਰ ਭੌਂਕਨੇ। ਵਫਾਦਾਰੀ ਤਨ ਦੀ ਹੈ, ਪਰ ਇਸ ਤੋਂ ਅੱਗੇ ਇੱਕ ਮਨ ਦੀ ਬਿਰਤੀ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਸੁਆਮੀ ਕੋ ਗ੍ਰਹਿ ਜਿਉ ਸਦਾ ਤਵਾਮ ਤਜਤ ਨਿਤ। ਨਾਨਕ ਇਹ ਬਿਦਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਕ ਮਨ ਹੋਏ ਇੱਕ ਚਿੱਤ। ਜਦੋਂ ਸਿਮਰਨ ਕਰੇ ਤੇਰੇ ਅੰਦਰ ਦੂਜੇ ਦਾ ਫੁਰਨਾ ਨਾ ਆਵੇ, ਜਿਵੇਂ ਕੁੱਤੇ ਦੇ ਮਨ 'ਚ ਕਿਸੇ ਦੂਜੇ ਦਾ ਫੁਰਨਾ ਹੀ ਨਹੀਂ ਆਉਂਦਾ, ਸਿਰਫ ਆਪਣਾ ਮਾਲਕ। ਇੱਕ ਮਨ ਹੋਏ ਇੱਕ ਚਿੱਤ ਬੜਾ ਔਖਾ ਹੈ ਜੀ। ਤਨ ਕਰਕੇ ਤੇ ਕਹਿ ਦੇਣਾ ਅਸੀਂ ਜੀ ਗੁਰੂ ਸਾਹਿਬ ਦੀ ਡਿਊਟੀ ਤੇ ਬੈਠੇ ਹਾਂ, ਅਸੀਂ ਗੁਰੂ ਦੀ ਦਲੀਲ ਤੇ ਬੈਠੇ ਹਾਂ, ਅਸੀਂ ਗੁਰੂ ਦੇ ਬੂਹੇ ਤੇ ਬੈਠੇ ਹਾਂ, ਅਸੀਂ ਗੁਰੂ ਦੇ ਜੋੜਿਆਂ 'ਚ ਬੈਠੇ ਹਾਂ। ਉਹ ਤਨ ਕਰਕੇ ਤਾਂ ਮੈਂ ਵੀ ਬਹਿ ਜਾਵਾਂਗਾ, ਪਰ ਮਨ ਕਰਕੇ ਕੁੱਤੇ ਦੀ ਤਰ੍ਹਾਂ ਸਮਰਪਿਤ ਹੋਣਾ, ਇਹ ਰੱਬ ਦੀ ਕਿਰਪਾ ਹੋਵੇ ਤੇ ਤਾਂ। ਫਿਰ ਮੈਂ ਬੇਨਤੀ ਕਰਾਂ ਇਸ ਬਰੀਕੀ ਨੂੰ, ਮਨ ਕਰਕੇ ਫੁਰਨੇ ਕਰਕੇ, ਜਿਵੇਂ ਕੁੱਤਾ ਤਨ ਕਰਕੇ ਮਨ ਕਰਕੇ ਦੂਜੇ ਵੱਲ ਨਹੀਂ ਜਾਂਦਾ। ਜਦੋਂ ਤੂੰ ਇਬਾਦਤ ਕਰੇ ਸੱਚ ਵੇ ਇਸ ਤਰ੍ਹਾਂ ਬੈਠ, ਕੂਚਾਏ ਯਾਰ में बैठ नक्शे पा की तरह, कोई मिटा तो सके पर उठा ना सके। इस तरह यार दी गली च बह जा, कूचाए यार में बैठ नक्शे पा की तरह, कोई मिटा तो सके पर उठा ना सके। जिमें गिल्ली ਜ਼ਮੀਨ ਦੇ ਉੱਤੇ ਨਿਸ਼ਾਨ ਪੈ ਜਾਂਦੇ ਆ ਪੈਰਾਂ ਦੇ, ਉਹਨਾਂ ਨਿਸ਼ਾਨਾਂ ਨੂੰ ਕੋਈ ਚੁੱਕ ਨਹੀਂ ਸਕਦਾ। ਆਪਣੇ ਯਾਰ ਦੇ ਬੂਹੇ ਤੇ ਇਸ ਤਰ੍ਹਾਂ ਬਹਿ ਜਾ ਕਿ ਜਿਵੇਂ ਉਹ ਜ਼ਮੀਨ ਦੇ ਨਿਸ਼ਾਨ ਪੱਟੇ ਤਾਂ ਜਾ ਸਕਦੇ ਆ, ਉਹਨਾਂ ਨੂੰ ਵਾਹਿਗੁਰੂ ਮਿਟਾ ਤਾਂ ਕੋਈ ਸਕਦਾ ਹੈ, ਪਰ ਉਠਾ ਕੇ ਕਦੀ ਨਹੀਂ ਕੋਈ ਲਿਜਾ ਸਕਦਾ ਨਿਸ਼ਾਨਾਂ ਨੂੰ। ਮੈਂ ਬੇਨਤੀ ਕਰਾਂ ਇਸ ਤਰ੍ਹਾਂ ਦੀ ਇਬਾਦਤ ਜਦੋਂ ਕੋਈ ਕਰਦਾ ਸਮਰਪਿਤ ਹੋ ਕੇ। ਕਰਤਾਰਪੁਰ ਸਾਹਿਬ ਦੀ ਘਟਨਾ ਕਹਿ ਕੇ ਮੈਂ ਸੰਪੰਨਤਾ ਕਰਾਂਗਾ। ਹਮ ਕੂਕਰ ਤੇਰੇ ਦਰਬਾਰ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬਾਬਾ ਲਹਿਣਾ ਜੀ ਆਏ, ਭਾਈ ਲਹਿਣਾ ਜੀ ਆਏ। ਮਹਾਰਾਜ ਨੇ ਘੋੜੇ ਦੀਆਂ ਲਗਾਮਾਂ ਪਕੜੀਆਂ, ਅੱਗੇ ਅੱਗੇ ਤੁਰ ਪਏ। ਤੇ ਸੋਚਣਾ ਕਿੰਨੀ ਸਾਦਗੀ ਹੋਏ, ਜਿਹਦੇ ਘੋੜੇ ਦੀਆਂ ਲਗਾਮਾਂ ਪਕੜੀਆਂ ਉਹਨੂੰ ਪਤਾ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਨਾ ਤਾਂ ਚੋਖੇ ਚੇਲੇ ਸਨ, ਨਾ ਹਲਿਓ ਹਲਿਓ ਸੀ, ਨਾ ਪਿਛਾੜ ਜੋ ਜੀ ਬਾਬਾ ਜੀ ਆ ਗਏ, ਕੁਝ ਵੀ ਨਹੀਂ ਸੀ। ਸਾਦੇ ਖੱਦਰ ਦੇ ਕੱਪੜੇ, ਕਿਰਤੀਆਂ ਵਾਲੇ ਕੱਟੇ ਕੱਪੜੇ, ਜ਼ਿਮੀਦਾਰਾਂ ਵਾਲੇ ਕੱਪੜੇ, ਅੱਗੇ ਅੱਗੇ ਤੁਰੇ ਜਾਂਦੇ ਆ, ਘਰ ਜਾਂਦੇ ਆ। ਲਹਿਣਾ ਜੀ ਨੂੰ ਜਦੋਂ ਪਤਾ ਲੱਗਦਾ ਗੁਰੂ ਨਾਨਕ ਸਾਹਿਬ, ਤੇ ਭਾਈ ਲਹਿਣਾ ਜੀ ਅੰਦਰੋਂ ਇੱਕੋ ਦਮ ਕੰਬ ਜਾਂਦੇ ਆ, ਤੇ ਮਹਾਰਾਜ ਨੂੰ ਮੱਥਾ ਟੇਕ ਕੇ ਹੱਥ ਜੋੜ ਕੇ ਕਹਿੰਦੇ ਆ ਮੈਨੂੰ ਬਖਸ਼ ਦੇ। ਤੇ ਮਹਾਰਾਜ ਕਹਿੰਦੇ ਨੇ ਤੁਸੀਂ ਅੱਜ ਆਏ ਪੁਰਖਾ ਬੈਰਾਗ 'ਚੋਂ, ਕਹਿੰਦੇ ਤੁਸੀਂ ਘੋੜੇ ਦੀਆਂ ਲਗਾਮਾਂ ਪਕੜੀਆਂ, ਪੈਦਲ ਆਏ, ਮੈਂ ਘੋੜੇ ਤੇ ਆਇਆ। ਹੱਸ ਕੇ ਕਹਿੰਦੇ ਨੇ ਛੱਡ ਹੋਏ ਲੈਣਿਆ, ਘੋੜੇ ਦੀਆਂ ਲਗਾਮਾਂ ਪਕੜਾਈਆਂ ਨਹੀਂ ਤੇ ਧਰਮਸ਼ਾਲਾ 'ਚ ਲੈ ਆਂਦਾ ਹੈ। ਅੱਜ ਤੋਂ ਬਾਅਦ ਮਨ ਦੀਆਂ ਲਗਾਮਾਂ ਪਕੜਾ ਦੇ, ਮੈਂ ਤੈਨੂੰ ਕਰਤਾਰ ਦੇ ਘਰ ਵਿੱਚ ਲੈ ਜਾਵਾਂਗਾ। ਬਸ ਇਹੋ ਜਿਹੀਆਂ ਪਕੜਾਈਆਂ।
इस तरह भगती की तन मन दे नाल समर्पित होके हुक्म मन्निया। अखीर ते गुरु नानक साहब जिस वक्त चोला त्यागन लगे सारे पिछे गए, कोई पिछा मुड़ते आए, कोई पैसे लैके कोई मोहरां लैके सोटे तक वजे। अखीर ते केवल बाबा लैना जी रह गए। महाराज ने इक्को गल कि वो लैने आ, देख सारे लोग अपने घरां नूं मुड़ गए, चला जा वापस, मेरे पिछे की तो लैन आ रहे हैं, सोटा भी मारिया, जा चला जा वापस। वाहिगुरू इन्ना शब्द सुनिया ते चरण पकड़ के कहंदे ने बाबा घरां वाले लोग घरां नूं चले गए, जिहदा घर ही गुरु नानक है, मैं तेनू छड्ड के किहड़े पासे जावां। आख है पूर्ण तौर ते समर्पित। महाराज कहंदे आ इस तरह भगती कर ओए जिवें कुत्ता वफादारी निभांदा है, मर जांदा है पर मालक दा घर नहीं छड्डदा। तू अपने मन करके अपने चित्त करके, गुरु तेग बहादुर कहंदे ने इस तरह भगती कर, कुत्ता जिवें दूजे दे बूहे ते नहीं जांदा, तेरा सिमरन कर लग्या दूजे दा फुरना ही ना तेरे विच आवे। है बड़ा औखा, मैं कह दिता भी एक मन एक चित्त, इनू गुरु कहंदा एक चित्त जै एक छिन ध्यायो, काल फांस के बीच ना आयो। इनू गुरु कहंदा मालक ਜਿਹੜੇ ਤੈਨੂੰ ਧਿਆਉਂਦੇ ਨੇ, ਜੋ ਤੁਧ ਸੱਚ ਧਿਆਏਂਦੇ ਸੇ ਵਿਰਲੇ ਥੋੜੇ, ਜੇ ਮਨ ਚਿਤ ਇੱਕ ਆਰਾਧ ਦੇ, ਤਿਨ ਕੀ ਬਰਕਤ ਖਾਏ ਅਸੰਖ ਕਰੋੜੇ। ਇੱਥੇ ਸਤਿਗੁਰੂ ਨੇ ਕਿਹਾ ਕੁੱਤੇ ਦੀ ਤਰ੍ਹਾਂ ਵਫਾਦਾਰੀ ਕਰ ਓਏ, ਉਹਦੇ ਦਰ ਤੇ ਖਾਨਾ, ਉਹਦੇ ਲਈ ਭੌਂਕ, ਉਹਦੇ ਲਈ ਕੂਕ ਤੇ ਤਨ ਮਨ ਭੇਟਾ ਕਰਕੇ ਸਮਰਪਣ ਕਰਕੇ। ਮੈਂ ਅੱਜ ਥੋੜ੍ਹਾ ਜਿਹਾ ਜ਼ਿਆਦਾ ਪੱਖੇ ਰੱਖਿਆ ਸੀ ਕਿ ਗੁਰਬਾਣੀ ਵਿੱਚ ਆਉਂਦੀਆਂ ਉਦਾਹਰਨਾਂ ਨੂੰ ਉਸੇ ਪਰਪੇਖ ਵਿੱਚ ਲੈਣਾ ਜਿਸ ਸ਼ਬਦ ਚੋਂ ਆਈਆਂ ਨੇ। ਇਹ ਨਹੀਂ ਕਿ ਇੱਕ ਤੁਕ ਚੁੱਕ ਕੇ ਕਿ ਇੱਥੇ ਆ ਕੇ ਇੱਥੇ ਆ ਕੇ ਜੀ ਇਹ ਸਾਨੂੰ ਦੁਬਿਧਾ ਹੋਗੀ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ।